सत श्री अकाल जी सारिਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਪਿਛਲੇ ਲੈਕਚਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਅਸੀਂ ਤੁਹਾਡੇ ਲਈ ਨਵਾਂ ਕੋਰਸ ਲੈ ਕੇ ਆਏ ਹਾਂ ਕੰਪਿਊਟਰਸ ਨੂੰ ਲੈ ਕੇ। ਜਿਹੜੇ ਬੱਚੇ ਚਾਹੁੰਦੇ ਨੇ ਕਿ ਅਸੀਂ ਫੁੱਲ ਫਲੈਜ ਕੋਰਸ ਨਹੀਂ ਲੈਣਾ, ਜੀਐਸ ਦੀ ਤਿਆਰੀ ਕਰੀ ਬੈਠੇ ਨੇ, ਮੈਥ ਕਿਤੋਂ ਹੋਰ ਪੜ੍ਹਦੇ ਨੇ, ਤਾਂ ਅਸੀਂ ਇੱਕ ਉਪਰਾਲਾ ਕੀਤਾ ਹੈ ਮਾਸਟਰ ਕਲਾਸਿਸ ਦੀ ਐਪ ਦੇ ਥਰੂ ਤੁਸੀਂ ਇੰਡੀਵਿਜੂਅਲ ਕੰਪਿਊਟਰ ਦਾ ਕੋਰਸ ਵੀ ਲੈ ਸਕਦੇ ਹੋ, ਖਰੀਦ ਸਕਦੇ ਹੋ। ਇਹਦੇ ਵਿੱਚ ਕੀ ਹੋਊਗਾ? ਇਹਦੇ ਵਿੱਚ ਫੁੱਲ ਫਲੈਜ ਸਿਲੇਬਸ ਕਵਰ ਕੀਤਾ ਜਾਊਗਾ ਅਪਕਮਿੰਗ ਐਗਜ਼ਾਮਸ ਦਾ, PEEE ਦਾ, ਚਾਹੇ ਉਹ ਸਬ ਇੰਸਪੈਕਟਰ ਦਾ। ਤੇ ਇਹ ਵੀ ਸ਼ੋਰ ਕਰਦਾ ਮੈਂ ਕਿ ਕੋਈ ਏਜੰਸੀ ਲੈ ਲੇ, ਹੁਣ ਚਾਹੇ TCS ਕੰਡਕਟ ਕਰੇ, ਚਾਹੇ PEEE ਕੰਡਕਟ ਕਰੇ, ਤੁਹਾਡਾ ਫੁੱਲ ਫਲੈਜ ਸਿਲੇਬਸ ਆ ਜਿਹੜਾ ਇਹਦੇ ਵਿੱਚ ਕਵਰਡ ਹੋਊਗਾ ਵਿਦ MCQs। ਮੋਰ ਦੈਨ 1000 ਦੇ ਅਰਾਊਂਡ MCQs, ਪ੍ਰੀਵੀਅਸ ਈਅਰ ਸਾਰੇ ਪੇਪਰ ਉਹ ਵਿੱਚ ਕਵਰ ਹੋਣਗੇ। ਉਹ ਤੋਂ ਇਲਾਵਾ ਹੋਰ ਬਹੁਤ ਸਾਰੇ MCQs ਵਿੱਚ ਕਵਰ ਕੀਤੇ ਜਾਣਗੇ, ਪਰ ਉਹ ਸੈਪਰੇਟਲੀ। ਥਿਊਰੀ ਲੈਕਚਰ ਅਲੱਗ ਹੋਣਗੇ, MCQ ਲੈਕਚਰ ਅਲੱਗ ਹੋਣਗੇ। ਜਦੋਂ ਥਿਊਰੀ ਫੁੱਲ ਡਿਟੇਲ 'ਚ ਪੜ੍ਹ ਲਈ ਜਾਊਗੀ ਤੁਹਾਡੇ ਦੁਆਰਾ, ਫਿਰ ਤੁਸੀਂ MCQ ਵਾਲੇ ਲੈਕਚਰਾਂ 'ਤੇ ਜਾਇਓ। ਜਿਨ੍ਹਾਂ ਨੇ ਹਾਂ ਤਿਆਰੀ ਕਰੀ ਬੈਠੇ ਨੇ, MCQ ਦੇਖਣਾ ਚਾਹੁੰਦੇ ਨੇ, MCQ ਅੱਡ ਤੋਂ ਕਰਨਾ ਚਾਹੁੰਦੇ ਨੇ, ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਬੇਸਿਕ ਵਾਲਿਆਂ ਦੀ ਗੱਲ ਕਰ ਰਿਹਾ। ਉਹਨਾਂ ਵਾਸਤੇ ਵੀ ਅਸੀਂ ਉਪਰਾਲਾ ਕੀਤਾ ਹੈ। ਉਹਨਾਂ ਵਾਸਤੇ ਸਾਡੀ ਆਲਰੇਡੀ ਸੀਰੀਜ਼ ਚੱਲ ਰਹੀ ਹੈ, ਠੀਕ ਹੈ। ਜਿਹੜੀ ਸੀਰੀਜ਼ ਦੇ ਵਿੱਚ ਅਸੀਂ ਨੇ, ਤੁਸੀਂ ਦੇਖੋ ਕਿ ਪ੍ਰੀਵੀਅਸ ਈਅਰ ਪੇਪਰ ਸਾਰੇ ਅਸੀਂ ਕਰਾਉਣ ਲੱਗੇ ਹੋਏ ਹਾਂ। ਪ੍ਰੀਵੀਅਸ ਈਅਰ ਜਿੰਨੇ ਪੇਪਰ PEEE ਨੇ ਕੰਡਕਟ ਕੀਤੇ ਨੇ, ਉਹ 2020 ਤੋਂ ਬਾਅਦ ਵਾਲੇ ਅਸੀਂ ਇੱਕ ਪੇਪਰ ਚੱਕ ਕੇ ਕੰਪਿਊਟਰ ਦਾ ਪੋਰਸ਼ਨ ਕਵਰ ਕਰਾਂਗੇ, ਜਿਹਦਾ ਇੱਕ ਅੱਧਾ ਲੈਕਚਰ ਹੁਣ ਤੱਕ ਪੈ ਵੀ ਚੁੱਕਿਆ ਆਪਣੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਪਲੇਲਿਸਟ ਉਹਦੀ ਅਸੀਂ ਇਹਦੀ ਡਿਸਕ੍ਰਿਪਸ਼ਨ 'ਚ ਪਾ ਦਾਂਗੇ, ਤਾਂ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਤੇ ਯੂਜ਼ਲੀ ਇਸ ਚੀਜ਼ ਨੂੰ ਵੀ ਅਸੀਂ ਇਸ ਕੋਰਸ ਦੇ ਵਿੱਚ 2-3 ਚੀਜ਼ਾਂ ਨੂੰ ਐਡਰੈਸ ਕੀਤਾ ਜੋ ਪਿਛਲੀ ਵਾਰ ਸਾਨੂੰ ਸੁਣਨ ਨੂੰ ਮਿਲੀਆਂ ਜਾਂ ਸਾਨੂੰ ਸੁਜੈਸ਼ਨਸ ਮਿਲੀਆਂ। ਪਹਿਲੀ ਸੁਜੈਸ਼ਨ ਸਾਨੂੰ ਇਹ ਮਿਲੀ ਸੀ ਕਿ ਪੰਜਾਬੀ ਦੇ ਵਿੱਚ ਜ਼ਰੂਰ ਲਿਖਿਆ ਹੋਵੇ, ਕੰਟੈਂਟ ਇਕੱਲਾ ਇੰਗਲਿਸ਼ 'ਚ ਨਾ ਹੋਵੇ ਜਾਂ ਇਕੱਲਾ ਪੰਜਾਬੀ 'ਚ ਨਾ ਹੋਵੇ। ਅੰਗਰੇਜ਼ੀ ਵਾਲੇ ਅੰਗਰੇਜ਼ੀ 'ਚ ਡਿਮਾਂਡ ਕਰਦੇ ਸੀ, ਪੰਜਾਬੀ ਵਾਲੇ ਪੰਜਾਬੀ 'ਚ। ਤਾਂ ਅਸੀਂ ਨੇ ਦੋਨਾਂ ਦਾ ਹੀ ਹੱਲ ਕਰਤਾ ਕਿ ਦੋਨਾਂ ਲੈਂਗੁਏਜਸ 'ਚ ਹੀ ਭਾਈ ਲਿਖਿਆ, ਜਿਹਨੂੰ ਜਿਵੇਂ ਪਸੰਦ ਆ ਉਵੇਂ ਤੁਸੀਂ ਪੜ੍ਹ ਸਕਦੇ ਹੋ। ਡਿਲੀਵਰੀ ਪੰਜਾਬੀ 'ਚ ਹੀ ਹੋਏਗੀ। ਦੂਜੀ ਪ੍ਰੋਬਲਮ ਇਹ ਸੀ, ਕੁਝ ਬੱਚਿਆਂ ਦੀ ਮੰਗ ਸੀਗੀ ਕਿ ਸਾਨੂੰ ਰਿਕਾਰਡਡ ਉਵੇਂ ਨਹੀਂ ਚਾਹੀਦਾ, ਸਾਨੂੰ ਬੰਦਾ ਸਾਹਮਣੇ ਆ ਕੇ ਪੜ੍ਹਾਵੇ ਬੋਰਡ ਤੇ, ਜਿਵੇਂ ਅਸੀਂ ਕਲਾਸ ਦੀ ਫੀਲਿੰਗ ਲਈਏ ਕਿ ਕਲਾਸ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ। ਤਾਂ ਉਹਨੂੰ ਵੀ ਅਸੀਂ ਧਿਆਨ 'ਚ ਰੱਖਿਆ। ਹੁਣ ਜਿੰਨਾ ਕੋਰਸ ਅਸੀਂ ਨੇ ਬਣਾਇਆ ਉਹ ਸਾਰੇ ਦਾ ਸਾਰਾ ਐਵੇਂ ਲਾਈਵ ਬਣਾਇਆ ਗਿਆ ਕਿ ਤੁਹਾਡੇ ਸਾਹਮਣੇ ਮੈਂ ਸਾਹਮਣੇ ਆ ਕੇ ਹੀ ਪੂਰੀ ਦੀ ਪੂਰੀ ਸਕਰੀਨ ਦੇ ਉੱਤੇ ਪੜ੍ਹਾਊਂਗਾ, ਜਿਹੜਾ ਫੁੱਲ ਕੋਰਸ, ਟੋਟਲ ਕੋਰਸ ਪੂਰੇ ਦਾ ਪੂਰਾ। ਇਹ ਚੀਜ਼ ਨੂੰ ਵੀ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਟੂਡੈਂਟਸ ਦਾ ਮੰਨਣਾ ਕਿ ਇਹਦੇ ਨਾਲ ਇੰਟਰੈਕਟਿਵ ਜ਼ਿਆਦਾ ਬਣਦਾ। ਮੈਂ ਵੀ ਇਸ ਚੀਜ਼ ਨੂੰ ਪਰਸਨਲੀ ਫੀਲ ਕਰਦਾ ਕਿ ਜੇ ਇੱਕ ਬੰਦਾ ਲਾਈਵ ਆ ਕੇ ਤੁਹਾਨੂੰ ਪੜ੍ਹਾਉਂਦਾ ਤਾਂ ਜਿਹੜਾ ਸੈਸ਼ਨ ਆ ਉਹ ਜ਼ਿਆਦਾ ਇੰਟਰੈਕਟਿਵ ਬਣਦਾ ਐਜ਼ ਕੰਪੇਅਰ ਟੂ ਜੇ ਆਪਾਂ ਵੈਸੇ ਕਿਸੇ ਟੈਬ ਤੇ ਜਾਂ ਉਸ ਚੀਜ਼ ਤੇ ਪੜ੍ਹਾਉਂਦੇ ਆ। ਤਾਂ ਇਹਨੂੰ ਵੀ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਤੁਹਾਡੀਆਂ ਪ੍ਰੋਬਲਮਸ ਨੂੰ। ਬਾਕੀ ਤੁਹਾਡੀਆਂ ਜੋ ਸੁਜੈਸ਼ਨਸ ਹੋਣਗੀਆਂ ਅਸੀਂ ਉਹਨਾਂ ਨੂੰ ਜ਼ਰੂਰ ਲਵਾਂਗੇ, ਕੰਸੀਡਰ ਕਰਾਂਗੇ, ਤੇ ਜੋ ਅਸੀਂ ਸੁਧਾਰ ਕਰ ਸਕਦੇ ਹੋ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਜੇ ਇਹ ਕੰਟੈਂਟ ਤੁਹਾਨੂੰ ਪਸੰਦ ਆ ਰਿਹਾ, ਮੇਰੀ ਡਿਲੀਵਰੀ ਤੁਹਾਨੂੰ ਪਸੰਦ ਆ ਰਹੀ ਹੈ, ਤਾਂ ਤੁਸੀਂ ਮੇਰੇ ਨਾਲ 7087405454 ਨੰਬਰ ਤੇ ਸੰਪਰਕ ਕਰ ਸਕਦੇ ਹੋ। ਤੇ ਇਸ ਕੋਰਸ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਊਗੀ ਤਾਂ ਉਹ ਜਾਣਕਾਰੀ ਵੀ ਤੁਸੀਂ ਇਸ ਨੰਬਰ ਤੇ ਮੇਰੇ ਤੋਂ ਕਲੈਕਟ ਕਰ ਸਕਦੇ ਹੋ। ਲਓ ਜੀ, ਪਿਛਲੇ ਲੈਕਚਰ ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਕੰਪਿਊਟਰ ਦੀ ਹਿਸਟਰੀ ਤੇ ਫੰਡਾਮੈਂਟਲ ਜਾਂ ਹਿਸਟਰੀ ਕੰਪਿਊਟਰ ਦੀ, ਉਹਦੇ ਟਾਈਪ ਪ੍ਰਕਾਰ ਕਿੰਨੇ ਹੋ ਸਕਦੇ ਨੇ। ਮੂਵ ਕਰਦੇ ਕਰਦੇ ਅਸੀਂ ਉਹਦੀ ਪਹਿਲਾਂ ਮਕੈਨੀਕਲ ਏਰਾ ਪੜ੍ਹਿਆ, ਫਿਰ ਇਲੈਕਟ੍ਰੋਨਿਕ ਏਰਾ ਪੜ੍ਹਿਆ, ਯੁੱਗ ਪੜ੍ਹਿਆ ਜਿਹੜੇ ਕੰਪਿਊਟਰ ਬਣੇ। ਉਸ ਤੋਂ ਬਾਅਦ ਅਸੀਂ ਜਨਰੇਸ਼ਨਸ ਤੇ ਪਹੁੰਚੇ। ਜਨਰੇਸ਼ਨਸ ਵੀ ਪਹਿਲੀ ਤੇ ਦੂਜੀ ਜਨਰੇਸ਼ਨ ਅਸੀਂ ਪੜ੍ਹ ਲਈ ਸੀ। ਛੋਟਾ ਜਿਹਾ ਰੀਕੈਪ ਲਊਂਗਾ, ਤੁਹਾਨੂੰ ਯਾਦ ਕਰਾਉਂਦਾ ਹੋਇਆ ਚੱਲੂਗਾ ਪਹਿਲੀ ਤੇ ਦੂਜੀ ਜਨਰੇਸ਼ਨ ਨੂੰ। ਉਸ ਤੋਂ ਬਾਅਦ ਸਿੱਧਾ ਮੈਂ ਤੀਜੀ ਜਨਰੇਸ਼ਨ ਤੇ ਮੂਵ ਕਰ ਜਾਊਂਗਾ। ਪਹਿਲੀ ਜਨਰੇਸ਼ਨ ਦੇ ਵਿੱਚ 42 ਤੋਂ 55 ਤੱਕ ਚੱਲੀ। ਦੇਖਿਆ ਕਿ ਵੈਕਿਊਮ ਟਿਊਬਸ ਵਰਤੀਆਂ ਗਈਆਂ ਟੈਕਨੋਲੋਜੀ ਦੇ ਤੌਰ ਤੇ। ਹਜ਼ਾਰਾਂ ਵੈਕਿਊਮ ਟਿਊਬਸ ਨੂੰ ਜੋੜ ਕੇ ਕੰਪਿਊਟਰ ਬਣਾਇਆ ਜਾਂਦਾ ਸੀ। ਸਾਈਜ਼ ਬਹੁਤ ਵੱਡਾ ਹੋ ਜਾਂਦਾ ਸੀ, ਜਿਹਦੇ ਕਰਕੇ ਮੈਮਰੀ ਆ ਗਿਆ, ਇਲੈਕਟ੍ਰੀਸਿਟੀ ਬਹੁਤ ਕੰਜ਼ਿਊਮ ਕਰਦਾ ਸੀਗਾ ਤੇ ਹੀਟ ਬਹੁਤ ਛੱਡਦਾ ਸੀ। ਖਾਮੀਆਂ ਰਹੀਆਂ। ਲੈਂਗੁਏਜਸ, ਮਸ਼ੀਨ ਲੈਂਗੁਏਜ ਤੇ ਅਸੈਂਬਲੀ ਲੈਂਗੁਏਜ ਪਹਿਲੀ ਜਨਰੇਸ਼ਨ ਦੇ ਵਿੱਚ ਆਉਂਦੀ ਹੈ ਹੋਂਦ ਦੇ ਵਿੱਚ। ਤੇ ਮੈਗਨੈਟਿਕ ਡਰਮ ਤੇ ਮੈਗਨੈਟਿਕ ਟੇਪ ਦੀ ਫਾਰਮ ਦੇ ਵਿੱਚ ਮੈਮਰੀਆਂ ਸੀ ਜਿਹੜੀਆਂ ਵਰਤੀਆਂ ਗਈਆਂ ਇਹਦੇ ਵਿੱਚ। ਸਪੀਡ ਜਿਹੜੀ ਦੇਖਣ ਨੂੰ ਮਿਲੀ ਉਹ ਸੀ 10 ਦੀ ਪਾਵਰ -3 ਫਾਰਮਸ, ਯਾਨੀ ਕਿ ਮਿਲੀ ਸੈਕਿੰਡ ਦੇ ਫਾਰਮ ਦੇ ਵਿੱਚ ਇਹ ਤੁਹਾਨੂੰ ਰਿਜ਼ਲਟ ਕੱਢ ਕੇ ਬਾਹਰ ਦੇ ਦਿੰਦਾ ਸੀਗਾ। ਆਹ ਕੁਝ ਐਗਜ਼ਾਮਪਲਾਂ ਸੀ। ਇਹ ਅਸੀਂ ਪੜ੍ਹਿਆ ਪਹਿਲੇ 'ਚ। ਇਨਪੁਟ ਆਊਟਪੁੱਟ ਡਿਵਾਈਸ, ਪੰਚ ਕਾਰਡ ਤੇ ਪੇਪਰ ਟੇਪ ਜਿਹੜੀ ਪਹਿਲੀ ਜਨਰੇਸ਼ਨ 'ਚ ਵਰਤੀ ਗਈ। ਆਹ 4-5 ਚੀਜ਼ਾਂ ਮੇਨ ਨੋਟ ਕਰਨ ਵਾਲੀਆਂ ਸੀ। ਦੂਜੀ ਜਨਰੇਸ਼ਨ ਅਸੀਂ ਪੜ੍ਹੀ ਸੀ 55 ਤੋਂ 64 ਤੱਕ ਚੱਲੀ, ਜਿਹਦੇ ਵਿੱਚ ਵੈਕਿਊਮ ਟਿਊਬਸ ਨੂੰ ਕਿਹਨੇ ਰਿਪਲੇਸ
करता ट्रांजिस्टर ने। ट्रांजिस्टर तुहानूं मैं दिखाया सी कि 3 टर्मिनल वाला डिवाइस हुंदा जिहदे 3 लैग्स हुंदियां ने, एक एमिटर, एक कलैक्टर, एक बेस। ਇਹਨੂੰ ਐਜ਼ ਅ ਐਂਪਲੀਫਾਇਰ ਵੀ ਵਰਤਿਆ ਜਾ ਸਕਦਾ, ਐਜ਼ ਅ ਸਵਿਚ ਵੀ ਵਰਤਿਆ ਜਾ ਸਕਦਾ। ਟਰਾਂजिस्टर ਕਿਹਦੇ ਤੋਂ ਮਿਲ ਕੇ ਬਣਦਾ ਸੀ? ਸੈਮੀਕੰਡਕਟਰਸ ਤੋਂ ਮਿਲ ਕੇ ਬਣਦਾ। 2 ਸੈਮੀਕੰਡਕਟਰ ਨੇ ਜਿਹੜੇ ਇਹਨਾਂ ਨੂੰ ਬਣਾਉਣ ਲਈ ਜ਼ਿਆਦਾਤਰ ਇਲੈਕਟ੍ਰੋਨਿਕ ਡਿਵਾਈਸਿਸ ਬਣਾਉਣ ਲਈ ਵਰਤਦੇ ਅਸੀਂ, ਚਿਪਸ ਨੂੰ ਬਣਾਉਣ ਲਈ, ਸਿਲੀਕॉन ਤੇ ਜਰਮੇਨੀਅਮ। ਪੇਪਰ ਪੁੱਛ ਚੁੱਕਿਆ ਸਵਾਲ, ਧਿਆਨ ਚ ਰਵੇ, ਠੀਕ ਹੈ। ਸਾਈਜ਼ ਛੋਟਾ ਹੋ ਗਿਆ, ਬਿਜਲੀ ਘੱਟ ਖਾਣ ਲੱਗ ਗਏ, ਹੀਟ ਘੱਟ ਛੱਡਣ ਲੱਗ ਗਏ। ਇਸ ਤੋਂ ਇਲਾਵਾ ਹੋਰ ਇੰਪੋਰਟੈਂਟ ਪੁਆਇੰਟ ਇਹਦੇ 'ਚ ਆਪਾਂ ਦੇਖਿਆ ਸੀ ਕਿ ਮੈਗਨੈਟਿਕ ਡਿਸਕ ਤੇ ਮੈਗਨੈਟਿਕ ਕੋਰ, ਇਹ 2 ਸੈਕੰਡਰੀ ਮੈਮਰੀਆਂ ਦਾ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ। ਪਹਿਲੇ 'ਚ ਤਾਂ ਅਸੀਂ ਸੈਕੰਡਰੀ ਮੈਮਰੀਜ਼ ਤੱਕ ਹਲੇ ਨਹੀਂ ਗਏ ਸੀ। ਦੂਜੀ ਜਨਰੇਸ਼ਨ ਸੈਕੰਡਰੀ ਜਨਰੇਸ਼ਨ ਸੈਕੰਡਰੀ ਮੈਮਰੀਜ਼ ਜਾਂ ਸਟੋਰੇਜ ਡਿਵਾਈਸਿਸ ਹੋਣ ਦੇ ਵਿੱਚ ਆਉਂਦੇ ਨੇ। ਅਗਲੀ ਗੱਲ ਜਿਹੜੀ ਦੇਖਣ ਨੂੰ ਮਿਲੀ ਕਿ ਪਹਿਲੀ ਵਾਰ ਆਪਰੇਟਿੰਗ ਸਿਸਟਮ ਦਾ ਜ਼ਿਕਰ ਆਇਆ, ਇਹਦੇ ਵਿੱਚ ਐਗਜ਼ਿਸਟੈਂਸ 'ਚ ਆਇਆ, ਬੈਚ ਆਪਰੇਟਿੰਗ ਸਿਸਟਮ ਵਰਤਿਆ ਗਿਆ, ਠੀਕ ਹੈ। ਆਹ ਕੁਝ ਲੈਂਗੁਏਜਸ ਸੀਗੀਆਂ ਜਿਹੜੀਆਂ ਕਿ ਫੋਰਟ੍ਰੇਨ, ਕਬੋਲ, ਅਲਗੋਲ, ਜਿਹੜੀਆਂ ਕਿ ਦੂਜੀ ਜਨਰੇਸ਼ਨ ਦੇ ਦੌਰ ਦੇ ਵਿੱਚ ਬਣਦੀਆਂ ਨੇ, ਡਿਵੈਲਪ ਹੁੰਦੀਆਂ ਨੇਗੀਆਂ। ਤੇ ਅਸੈਂਬਲੀ ਲੈਂਗੁਏਜ, ਪ੍ਰੋਗਰਾਮਿੰਗ ਅਸੈਂਬਲੀ ਲੈਂਗੁਏਜ ਤਾਂ ਹੁੰਦੀ ਸੀ, ਤਾਂ ਪਹਿਲੀ ਜਨਰੇਸ਼ਨ 'ਚ ਹੋਣੀ ਸ਼ੁਰੂ ਹੋ ਗਈ ਸੀ, ਪਰ ਕੁਝ ਕੁ ਹਾਈ ਲੈਵਲ ਲੈਂਗੁਏਜਸ ਵੀ ਡਿਵੈਲਪ ਹੋ ਗਈਆਂ ਸੀ, ਵਰਤੀਆਂ ਜਾਣ ਲੱਗ ਪਈਆਂ ਸੀ ਦੂਜੀ ਜਨਰੇਸ਼ਨ ਦੇ ਵਿੱਚ। ਇਹ ਵੀ ਖਾਸ ਪੁਆਇੰਟ ਸੀਗਾ। ਸਪੀਡ ਇਹਦੀ ਮਾਈਕਰੋ ਸੈਕਿੰਡ ਦੇ ਵਿੱਚ ਹੋ ਗਈ, ਮਤਲਬ ਸਪੀਡ ਵੱਧ ਗਈ, ਤੁਸੀਂ ਕਹਿ ਲਓ ਕਿ ਘੱਟ ਟਾਈਮ ਦੇ ਵਿੱਚ ਪ੍ਰੋਸੈਸ ਕਰਕੇ ਦੇਣ ਲੱਗ ਪਿਆ। ਆਹ ਐਗਜ਼ਾਮਪਲਸ ਰਹੀਆਂ। ਹੁਣ ਮੈਂ ਅੱਜ ਦਾ ਲੈਕਚਰ ਸ਼ੁਰੂ ਕਰਦਾ ਤੀਜੀ ਜਨਰੇਸ਼ਨ ਤੋਂ। ਤੀਜੀ ਜਨਰੇਸ਼ਨ ਦਾ ਟਾਈਮ ਪੀਰੀਅਡ ਰਹਿੰਦਾ 1964 ਤੋਂ ਲੈ ਕੇ 1975 ਤੱਕ। ਪਹਿਲੀ ਜਨਰੇਸ਼ਨ 'ਚ ਵੈਕਿਊਮ ਟਿਊਬਸ ਦੇਖੀਆਂ, ਦੂਜੀ ਜਨਰੇਸ਼ਨ ਦੇ ਵਿੱਚ ਅਸੀਂ ਨੇ ਜਾ ਕੇ ਉਹੀ ਟਰਾਂजिस्टर ਦੇਖੇ। ਤੀਜੀ ਜਨਰੇਸ਼ਨ 'ਚ ਇਹ ਚੀਜ਼ ਰਿਪਲੇਸ ਕਰ ਦਿੱਤੀ ਜਾਂਦੀ ਆ ਪੂਰੀ ਦੀ ਪੂਰੀ ਇੰਟੀਗ੍ਰੇਟਿਡ ਸਰਕਿਟਸ ਦੇ ਨਾਲ, ਜਿਹਨੂੰ ਸ਼ਾਰਟ ਫਾਰਮ ਦੇ ਵਿੱਚ ਅਸੀਂ ਆਈਸੀਜ਼ ਵੀ ਬੋਲ ਦਿੰਦੇ ਆ। ਇੰਟੀਗ੍ਰੇਟਿਡ ਸਰਕਿਟਸ ਜਿਹੜੇ ਮੇਰੇ ਕੋਲੇ ਸੀਗੇ, ਚਿਪਸ ਇਹ ਆਈਆਂ, ਇਹਨਾਂ ਦੀ ਖਾਸੀਅਤ ਕੀ ਸੀਗੀ? ਹੁਣ ਤੱਕ ਕੀ ਚੀਜ਼ ਟੈਕਨੋਲੋਜੀ ਨੇ ਕਿਹੜੀ ਚੀਜ਼ 'ਚ ਬਦਲਾਅ ਕੀਤਾ? ਸਾਈਜ਼ 'ਚ ਬਦਲਾਅ ਕੀਤਾ। ਪਹਿਲੇ ਜਨਰੇਸ਼ਨ 'ਚ ਦੇਖਿਆ ਕਿ ਕਮਰੇ 'ਚ ਏਡੇ ਵੱਡੇ ਕੰਪਿਊਟਰ ਨੇ, ਦੂਜੇ 'ਚ ਟਰਾਂजिस्टਰਾਂ ਨੇ ਇੰਨੇ ਸਾਈਜ਼ ਦੇ ਲਿਆਤੇ ਕਿ ਬੰਦਾ ਕਮਰਸ਼ੀਅਲ ਯੂਜ਼ ਸ਼ੁਰੂ ਹੋ ਗਿਆ, ਆਫਿਸ, ਬੈਂਕਾਂ ਦੇ ਵਿੱਚ ਵਰਤੇ ਜਾਣ ਲੱਗ ਪਏ। ਆਈਸੀ ਨੇ ਹੋਰ ਰੈਵੋਲੂਸ਼ਨ ਲਿਆਂਦੀ ਇਸ ਚੀਜ਼ ਦੇ ਵਿੱਚ। ਇੰਟੀਗ੍ਰੇਟਿਡ ਸਰਕਿਟਸ ਨਾਲ ਉਹਦਾ ਸਾਈਜ਼ ਹੋਰ ਘਟਿਆ ਜਾ ਕੇ। ਤੇ ਇੰਟੀਗ੍ਰੇਟਿਡ ਸਰਕਿਟਸ ਦੀ ਕੁਐਸਚਨ ਇੱਕ ਹੋਰ ਫੈਕਚੁਅਲ ਸਵਾਲ ਦੱਸਦਾ ਤੁਹਾਨੂੰ ਮੈਂ, ਜਿਹੜਾ ਪੇਪਰ ਪੁੱਛਦਾ ਸਾਡੇ ਕੋਲੇ ਕਿ ਇੰਟੀਗ੍ਰੇਟਿਡ ਸਰਕਿਟ ਕਿਹੜੇ ਬੰਦੇ ਨੇ ਬਣਾਇਆ ਸੀ। ਬਹੁਤ ਵਾਰ ਪੇਪਰ 'ਚ ਰਿਪੀਟ ਹੋਇਆ ਸਵਾਲ ਹੈ। ਆਹ ਨਾਮ ਯਾਦ ਕਰ ਲਿਓ, ਜੈਕ ਕਿਲਬੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਕੋਰਸ ਦੀ ਖਾਸੀਅਤ ਇਹੀ ਰਹੂਗੀ ਕਿ ਇਹਦੇ ਵਿੱਚ ਫੈਕਟਸ ਨੂੰ ਵੀ ਨਾਲ ਬਰਾਬਰ ਧਿਆਨ 'ਚ ਰੱਖ ਕੇ ਕੋਰਸ ਬਣਾਇਆ ਗਿਆ ਹੈ ਕਿ ਜਿੱਥੇ ਜਿਹੜਾ ਫੈਕਟ ਆਉਂਦਾ ਉਹਨੂੰ ਨਾਲ ਦੀ ਨਾਲ ਫੋਕਸ ਦੇ ਕੇ ਉਹਨੂੰ ਵੀ ਕਵਰ ਕੀਤਾ ਜਾਵੇ। ਜੈਕ ਕਿਲਬੀ ਨਾਮ ਦੇ ਸਾਇੰਟਿਸਟ ਨੇ ਇੰਟੀਗ੍ਰੇਟਿਡ ਸਰਕਿਟ ਨੂੰ ਬਣਾਇਆ 1964 ਦੇ ਵਿੱਚ। ਇੰਟੀਗ੍ਰੇਟਿਡ ਸਰਕਿਟਸ ਬੇਸਿਕਲੀ ਇੰਟੀਗ੍ਰੇਟਿਡ ਸਰਕਿਟਸ ਦੀ ਟੈਕਨੋਲੋਜੀ ਤੇ ਡਿਪੈਂਡ ਕਰਦਾ ਹੈ ਕਿ ਇੰਟੀਗ੍ਰੇਟਿਡ ਸਰਕਿਟ ਕਿਵੇਂ ਬਣਾਇਆ ਗਿਆ। ਇਹਦੇ ਹਿਸਾਬ ਨਾਲ ਹੀ ਜਨਰੇਸ਼ਨਾਂ ਬਦਲਣਗੀਆਂ। ਤੁਸੀਂ ਹੁਣ ਤੀਜੀ ਜਨਰੇਸ਼ਨ ਆ, ਚੌਥੀ ਜਨਰੇਸ਼ਨ ਆ, ਪੰਜਵੀਂ ਜਨਰੇਸ਼ਨ ਆ, ਸਾਰੀਆਂ ਜਨਰੇਸ਼ਨਸ ਦੇ ਵਿੱਚ ਇੰਟੀਗ੍ਰੇਟਿਡ ਸਰਕਿਟ ਹੀ ਚੱਲਣਗੇ। ਬਸ ਫਰਕ ਪਊਗਾ ਟੈਕਨੋਲੋਜੀ ਤੇ ਕਿ ਕਿਹੜੀ ਤਕਨੀਕ ਨੂੰ ਵਰਤ ਕੇ ਇੰਟੀਗ੍ਰੇਟਿਡ ਸਰਕਿਟ ਨੂੰ ਬਣਾਇਆ ਗਿਆ। ਵੱਖਰੀਆਂ ਵੱਖਰੀਆਂ ਟੈਕਨੀਕਸ ਵਰਤੀਆਂ ਜਾਂਦੀਆਂ ਨੇ ਇੰਟੀਗ੍ਰੇਟਿਡ ਸਰਕਿਟ ਨੂੰ ਬਣਾਉਣ ਵਾਸਤੇ। ਮੈਂ ਕੁਝ ਕੁ ਦੇ ਨਾਮ ਲਿਖਦਾ ਇੱਥੇ, ਜਿਵੇਂ SSI, ਇਹਨੂੰ ਕਹਿੰਦੇ ਨੇ ਸਮੌਲ ਸਕੇਲ ਇੰਟੀਗ੍ਰੇਸ਼ਨ। ਫਿਰ ਮੇਰੇ ਕੋਲੇ ਆ ਜਾਂਦਾ ਮੀਡੀਅਮ ਸਕੇਲ ਇੰਟੀਗ੍ਰੇਸ਼ਨ MSI। ਫਿਰ ਆ ਜਾਂਦਾ ਮੇਰੇ ਕੋਲੇ ਲਾਰਜ ਸਕੇਲ ਇੰਟੀਗ੍ਰੇਸ਼ਨ। ਫਿਰ ਮੇਰੇ ਕੋਲੇ ਆ ਜਾਂਦਾ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਫਰਕ ਕੀ ਪੈਂਦਾ ਇਹਨਾਂ ਦੇ ਵਿੱਚ? ਇਹ ਟੈਕਨੋਲੋਜੀਆਂ 'ਚ ਕੀ ਫਰਕ ਸੀਗਾ? ਇਹ ਯੂਜ਼ਲੀ ਕੀ ਕੀਤਾ ਇਹਨਾਂ ਨੇ, ਆਈਸੀ ਬਣਿਆ ਕਿਵੇਂ? ਇੱਕ ਮੈਂ ਆਈਸੀ ਦੀ ਪਹਿਲਾਂ ਤੁਹਾਨੂੰ ਫੋਟੋ ਦਿਖਾ ਦਿਆਂ, ਠੀਕ ਹੈ, ਉੱਥੋਂ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਆਪਾਂ ਆਈਸੀ ਦੀ ਫੋਟੋ ਦੇਖਦੇ ਹਾਂ। ਆਹ ਆਈਸੀ ਹੈ, ਦੇਖੋ ਆਹ। ਜਿਵੇਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਕਾਫੀ ਸਾਰੇ ਟਰਾਂजिस्टर ਜਾਂ ਛੋਟੇ ਛੋਟੇ ਕੰਪੋਨੈਂਟ, ਜਿਵੇਂ ਟਰਾਂजिस्टर ਹੋ ਗਏ, ਕਪੈਸਿਟਰ ਹੋਵੇ, ਇੰਡਕਟਰ ਹੋਵੇ, ਇਲੈਕਟ੍ਰੋਨਿਕ ਕੰਪੋਨੈਂਟ ਨੇ ਛੋਟੇ ਛੋਟੇ, ਜਿਹੜੇ ਕਿ ਤੁਹਾਡੀ ਚਿਪ ਨੂੰ ਬਣਾਉਣ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਇਹਨਾਂ ਨੂੰ ਇੱਕ ਚਿਪ ਦੇ ਉੱਤੇ ਹੀ ਲਾ ਦਿੱਤਾ ਗਿਆ। ਅਗਰ ਮੈਂ 10 ਤੱਕ ਟਰਾਂजिस्टर ਕਹਿ ਲਓ ਜਾਂ ਇਹ ਕੰਪੋਨੈਂਟਸ ਨੂੰ ਇੱਕ ਚਿਪ ਤੇ ਲਾਉਣਾ, ਤਾਂ ਉਹਨੂੰ ਕਹਿ ਦਿੱਤਾ ਗਿਆ ਇਹ ਸਮਾਲ ਸਕੇਲ ਇੰਟੀਗ੍ਰੇਸ਼ਨ ਟੈਕਨੀਕ ਹੈ। ਜਦੋਂ ਇਹੀ ਵਧਾ ਕੇ 10 ਤੋਂ ਲੈ ਕੇ 99 ਕਰਤੇ, ਠੀਕ ਹੈ, ਫਿਰ ਇਹਨੂੰ ਕਹਿ ਦਿੱਤਾ ਗਿਆ ਜੀ ਇਹ ਮੀਡੀਅਮ ਸਕੇਲ ਇੰਟੀਗ੍ਰੇਸ਼ਨ ਹੈ। ਜਦੋਂ ਇਹੀ 100 ਤੋਂ ਲੈ ਕੇ ਮੈਂ ਕਹਿੰਦਾ 999 ਤੱਕ ਲੈ ਗਏ, 1000 ਤੱਕ ਲੈ ਗਏ, ਇਹਨੂੰ ਲਾਰਜ ਸਕੇਲ ਕਹਿਤਾ। ਜਦੋਂ ਇਹਨੂੰ 10000 ਤੱਕ ਲੈ ਗਏ ਜਾਂ 4 9 ਮੰਨ ਲਓ ਤੁਸੀਂ, ਠੀਕ ਹੈ, 1000 ਤੋਂ ਲੈ ਕੇ
ਇਹਨੂੰ ਬੋਲ ਦਿੱਤਾ ਗਿਆ ਜੀ ਇਹ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਆ। ਕਹਿਣ ਦਾ ਮਤਲਬ ਕੀ ਹੈ ਕਿ ਜਿਵੇਂ ਜਿਵੇਂ ਇਹ ਟੈਕਨੋਲੋਜੀ ਬਦਲੀ ਗਈ, ਲਾਰਜ ਸਕੇਲ, ਸਮਾਲ ਸਕੇਲ, ਉੱਪਰ ਨੂੰ ਜਾਈ ਗਈ, ਨੰਬਰ ਆਫ ਕੰਪੋਨੈਂਟ ਜਿਹੜੇ ਸੀਗੇ ਇੱਕ ਚਿਪ ਦੇ ਉੱਤੇ ਉਹ ਵੱਧਦੇ ਗਏ। ਜਿੰਨੇ ਵੱਧਦੇ ਗਏ ਉਨੀ ਸਪੀਡ ਵੱਧਦੀ ਗਈ, ਉਨੀ ਟੈਕਨੋਲੋਜੀ ਐਡਵਾਂਸ ਹੁੰਦੀ ਗਈ, ਸਾਈਜ਼ ਛੋਟਾ ਹੁੰਦਾ ਗਿਆ। ਬਸ ਆਹੀ ਚੀਜ਼ ਨੂੰ ਅਸੀਂ ਨੇ ਦੇਖਣਾ। ਹੁਣ ਅਸੀਂ ਇਹਦੇ ਦੀ ਜ਼ਿਕਰ ਦੇਖਾਂਗੇ ਕਿ ਕਿਵੇਂ ਇਹਨਾਂ ਦੇ ਵਿੱਚ ਚੇਂਜ ਆਇਆ ਤੇ ਕੀ ਚੇਂਜ ਆਇਆ। ਹੁਣ ਥਰਡ ਜਨਰੇਸ਼ਨ ਨੂੰ ਮੈਂ ਦੇਖਦਾ, ਪੜ੍ਹਦਾ, ਇਹਦੇ ਜਿਹੜੇ ਮੇਨ ਪੁਆਇੰਟ ਸਾਨੂੰ ਦੇਖਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਜ਼ਿਕਰ ਆਇਆ ਆਈਸੀ ਦਾ, ਜੈਕ ਕਿਲਬੀ ਨੇ ਬਣਾਇਆ ਸੀ। ਸਪੀਡ 10 ਦੀ ਪਾਵਰ -9 ਮਤਲਬ ਨੈਨੋ ਸੈਕਿੰਡ ਤੱਕ ਵੱਧ ਗਈ। ਪਹਿਲੇ ਦੇ ਵਿੱਚ ਮਿਲੀ ਸੈਕਿੰਡ, ਦੂਜੇ 'ਚ ਮਾਈਕਰੋ ਸੈਕਿੰਡ, ਤੀਜੀ ਦੇ ਵਿੱਚ ਨੈਨੋ ਸੈਕਿੰਡ। ਯਾਦ ਰੱਖਿਓ, ਇੰਪੋਰਟੈਂਟ ਹੈ, ਠੀਕ ਹੈ। ਇਹਦੇ ਵਿੱਚ ਟਰਾਂਜਿਸਟਰ, ਕਪੈਸਿਟਰ, ਰਜਿਸਟਰ ਸਾਰੇ ਇਲੈਕਟ੍ਰੋਨਿਕ ਸਰਕਿਟ ਦੇ ਉੱਤੇ ਇੱਕ ਦੇ ਵਿੱਚ ਹੀ ਲਾ ਦਿੱਤੇ ਗਏ। ਇੰਪੋਰਟੈਂਟ ਪੁਆਇੰਟ। ਅਗਲੀ ਗੱਲ, ਹੁਣ ਇਸ ਚੀਜ਼ ਦੇ ਵਿੱਚ ਇੱਕ ਹੋਰ ਵੀ ਚੀਜ਼ ਦੇਖਣ ਵਾਲੀ ਹੈ ਜਿਹੜੀ ਇੰਪੋਰਟੈਂਟ ਪੁਆਇੰਟ ਸੀਗਾ ਕਿ ਇਸ ਜਨਰੇਸ਼ਨ ਦੇ ਵਿੱਚ ਕੀਬੋਰਡ, ਮੋਨੀਟਰ, ਪ੍ਰਿੰਟਰ ਇਹ ਸਾਰਿਆਂ ਦਾ ਯੂਜ਼ ਸ਼ੁਰੂ ਹੋਇਆ। ਇਹ ਵੀ ਪੁੱਛ ਸਕਦੇ ਨੇ ਕਿ ਜਿਹੜੇ ਆ ਇਨਪੁਟ ਆਊਟਪੁੱਟ ਡਿਵਾਈਸਿਸ ਨੇ, ਕੀਬੋਰਡ ਹੋ ਗਿਆ, ਤੁਹਾਡਾ ਪ੍ਰਿੰਟਰ ਹੋ ਗਿਆ, ਇਹ ਕਦੋਂ ਹੋਂਦ, ਕਿਹੜੀ ਜਨਰੇਸ਼ਨ ਦੇ ਵਿੱਚ ਹੋਂਦ 'ਚ ਆਏ? ਤੀਜੀ ਜਨਰੇਸ਼ਨ ਦੇ ਵਿੱਚ ਆਏ। ਇਹ ਵੀ ਇੰਪੋਰਟੈਂਟ ਪੁਆਇੰਟ ਸੀ, ਸਕਿਪ ਹੋ ਗਿਆ ਸੀ, ਧਿਆਨ 'ਚ ਰੱਖਿਓ। ਹੁਣ ਸਮਾਲ ਸਕੇਲ ਇੰਟੀਗ੍ਰੇਸ਼ਨ ਤੇ ਮੀਡੀਅਮ ਸਕੇਲ ਇੰਟੀਗ੍ਰੇਸ਼ਨ, ਇਹ ਦੋਨੋਂ ਟੈਕਨੋਲੋਜੀਆਂ ਵਰਤੀਆਂ ਗਈਆਂ, ਜਿਹਦੇ ਵਿੱਚ ਲਗਭਗ ਪਹਿਲੇ 'ਚ ਤੁਹਾਨੂੰ ਮੈਂ ਦੱਸਿਆ ਕਿ 1 ਤੋਂ ਲੈ ਕੇ 10 ਤੱਕ ਜਾਂ 9 ਮੰਨ ਲਓ, ਦੂਜੇ 'ਚ 9 ਤੋਂ ਲੈ ਕੇ 99 ਤੱਕ। ਤਾਂ ਇੰਨੇ ਕੁ ਚਿਪ, ਇੱਕ ਚਿਪ ਦੇ ਉੱਤੇ ਟਰਾਂਜਿਸਟਰ ਲੱਗਦੇ ਸੀ। ਇਹ ਮੀਡੀਅਮ ਸਕੇਲ ਤੇ ਸਮਾਲ ਸਕੇਲ ਇੰਟੀਗ੍ਰੇਸ਼ਨ ਤੀਜੀ ਜਨਰੇਸ਼ਨ 'ਚ ਚੱਲੀਆਂ। ਟੈਕਨੋਲੋਜੀ ਯਾਦ ਰੱਖਿਓ, ਆਈਸੀ ਤਾਂ ਲਿਖਣਗੇ, ਪਰ ਆਈਸੀ ਕਿਹੜੀ ਟੈਕਨੋਲੋਜੀ ਨਾਲ ਬਣਿਆ? ਸਮਾਲ ਸਕੇਲ ਤੇ ਮੀਡੀਅਮ ਸਕੇਲ ਨਾਲ। ਇਹ ਇੰਪੋਰਟੈਂਟ ਹੈ। ਕਾਫੀ ਇਹਦੇ ਵਿੱਚ ਬਣੇ। ਇੱਕ ਖਾਸ ਪੁਆਇੰਟ ਜਿਹੜਾ ਪੇਪਰ ਕਈ ਵਾਰ ਪੁੱਛਿਆ ਜਾ ਚੁੱਕਿਆ, ਟਾਈਮ ਸ਼ੇਅਰਿੰਗ ਵਾਲਾ ਜਿਹੜਾ ਆਪਰੇਟਿੰਗ ਸਿਸਟਮ ਹੈ, ਇਹ ਆਪਰੇਟਿੰਗ ਸਿਸਟਮ ਕਿਹੜੀ ਜਨਰੇਸ਼ਨ ਦੇ ਵਿੱਚ ਬਣਿਆ ਜਾਂ ਹੋਂਦ ਦੇ ਵਿੱਚ ਆਇਆ, ਇੰਟਰੋਡਿਊਸ ਕੀਤਾ ਗਿਆ? ਥਰਡ ਜਨਰੇਸ਼ਨ 'ਚ। ਆਪਰੇਟਿੰਗ ਸਿਸਟਮ ਟਾਈਮ ਸ਼ੇਅਰਿੰਗ ਵਾਲਾ, ਮਤਲਬ ਇੱਕ ਆਪਰੇਟਿੰਗ ਸਿਸਟਮ ਆ, ਜਿਵੇਂ ਵਿੰਡੋ ਕਹਿ ਲਓ, 4 ਬੰਦਿਆਂ ਨੇ ਵਰਤਣੀ ਆ ਤਾਂ ਉਹਨਾਂ ਨੂੰ ਅੱਡ ਟਾਈਮ ਸਲੋਟ ਕਰਤਾ, ਤੂੰ ਪਹਿਲੇ 10 ਮਿੰਟ ਵਰਤ, ਤੂੰ ਅਗਲੇ 10 ਮਿੰਟ ਵਰਤ, ਤੂੰ ਅਗਲੇ 10 ਮਿੰਟ ਵਰਤ। ਐਵੇਂ ਦੇ ਕੰਸੈਪਟ ਦੇ ਉੱਤੇ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਬੇਸਿਸ ਸੀ। ਫੈਕਟ ਹੈ ਸਿੱਧਾ, ਯਾਦ ਰੱਖਿਓ। ਆਪਰੇਟਿੰਗ ਸਿਸਟਮ ਕੀ ਹੁੰਦਾ ਹੈ ਮੈਂ ਇੱਥੇ ਡਿਟੇਲ 'ਚ ਬਿਲਕੁਲ ਨਹੀਂ ਜਾਊਂਗਾ, ਕਿਉਂਕਿ ਆਪਰੇਟਿੰਗ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਚੈਪਟਰ ਹੈ। ਉੱਥੇ ਉਹਦੇ ਇੱਕ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਵੀ ਆਊਗੀ, ਉੱਥੇ ਡਿਟੇਲ 'ਚ ਪੜਾਊਂਗਾ ਕਿ ਕੀ ਹੁੰਦਾਗਾ। ਬਸ ਇੱਥੇ ਤਾਂ ਮੈਂ ਸਿਰਫ ਇਹ ਦੱਸ ਰਿਹਾ ਕਿ ਇਸ ਇਹਦੇ ਪੀਰੀਅਡ ਦੇ ਵਿੱਚ ਜਨਰੇਸ਼ਨ 'ਚ ਕਿਹੜੀਆਂ ਚੀਜ਼ਾਂ ਆਈਆਂ ਜਿਹੜੀਆਂ ਸਾਨੂੰ ਐਜ਼ ਅ ਫੈਕਟ ਦੇ ਤੌਰ ਤੇ ਯਾਦ ਰੱਖਣੀਆਂ ਪੈਣਗੀਆਂ। ਹੁਣ ਇਹ ਹਾਈਲੀ ਰਿਲਾਇਬਲ ਸੀਗੇ, ਛੋਟੇ ਹੋ ਗਏ, ਬਿਜ਼ਨਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਹਰ ਜਗ੍ਹਾ ਵਰਤੇ ਜਾਣ ਲੱਗ ਪਏ ਕੰਪਿਊਟਰ। ਪਾਵਰ ਬਹੁਤ ਘੱਟ ਖਾਂਦੇ ਸੀ, ਹੀਟ ਬਹੁਤ ਘੱਟ ਛੱਡਦੇ ਸੀ। ਤੇ ਆਹ ਕੁਝ ਕੰਪਿਊਟਰ ਨੇ ਜਿਹੜੇ ਇਸ ਦੌਰ ਦੇ ਵਿੱਚ ਬਣੇ। CDC 600, IBM 360, ਹਨੀਵੈਲ ਦੀ 6000 ਵਾਲੀ ਸੀਰੀਜ਼, ਇਹ ਕੰਪਿਊਟਰ ਥਰਡ ਜਨਰੇਸ਼ਨ ਦੇ ਵਿੱਚ ਬਣਾਏ ਗਏ। ਇੰਪੋਰਟੈਂਟ ਹੈ, ਇਹਨੂੰ ਧਿਆਨ 'ਚ ਰੱਖ ਲਿਓ। ਇਸ ਤੋਂ ਬਾਅਦ ਚੱਲਦੇ ਹਾਂ ਸਿੱਧੇ ਚੌਥੀ ਜਨਰੇਸ਼ਨ ਤੇ। 1975 ਤੋਂ ਲੈ ਕੇ 1999 ਤੱਕ ਮੰਨੀ ਜਾਂਦੀ ਹੈ ਕਿ ਚੌਥੀ ਜਨਰੇਸ਼ਨ ਚੱਲੀ ਹੈ, ਠੀਕ ਹੈ। ਕਿ ਟੈਕਨੋਲੋਜੀ 'ਚ ਕੋਈ ਬਦਲਾਅ ਨਹੀਂ ਹੋਇਆ। ਆਈਸੀ ਹੀ ਪਹਿਲਾਂ ਵਰਤਿਆ ਗਿਆ, ਆਈਸੀ ਹੀ ਹੁਣ ਵਰਤਿਆ ਗਿਆ, ਪਰ ਆਈਸੀ ਨੂੰ ਬਣਾਉਣ ਦੀ ਟੈਕਨੋਲੋਜੀ ਬਦਲ ਗਈ। ਪਹਿਲਾਂ ਸਮਾਲ ਸਕੇਲ ਤੇ ਲਾਰਜ ਸਕੇਲ ਇੰਟੀਗ੍ਰੇਸ਼ਨ, ਮੀਡੀਅਮ ਸਕੇਲ ਇੰਟੀਗ੍ਰੇਸ਼ਨ ਤੱਕ ਹੀ ਚੱਲਿਆ ਥਰਡ ਜਨਰੇਸ਼ਨ। ਹੁਣ ਵਰਤੀ ਜਾਣ ਲੱਗ ਪਈ ਤੁਹਾਡੇ ਕੋਲੇ ਲਾਰਜ ਸਕੇਲ ਤੇ ਵੈਰੀ ਲਾਰਜ ਸਕੇਲ ਟੈਕਨੋਲੋਜੀ, ਜਿਹਦੇ ਵਿੱਚ ਆਪਾਂ ਦੇਖਿਆ ਕਿ ਤੁਸੀਂ ਅੱਗੇ ਵਧਾ ਲਓ 10,000 ਤੋਂ ਅੱਗੇ ਲੱਖਾਂ ਦੇ ਵਿੱਚ ਟਰਾਂਜਿਸਟਰ ਜਾਂ ਜਿਹੜੇ ਕੰਪੋਨੈਂਟ ਸੀ ਉਹ ਇੱਕ ਚਿਪ ਦੇ ਉੱਤੇ ਲੱਗਣੇ ਸ਼ੁਰੂ ਹੋ ਗਏ। ਤਾਂ ਇਹਨੇ ਫਾਇਦਾ ਕੀ ਕਰਿਆ? ਅਗਲੀ ਗੱਲ ਇੱਕ ਹੋਰ, ਮਾਈਕਰੋ ਪ੍ਰੋਸੈਸਰ ਦਾ ਕੰਸੈਪਟ ਵੀ ਇਹਦੇ 'ਚ ਹੀ ਆਇਆ। ਮਾਈਕਰੋ ਪ੍ਰੋਸੈਸਰ ਦਾ ਮਤਲਬ ਇੱਕ ਚਿਪ ਦੇ ਉੱਤੇ ਹੀ ਸਾਰਾ ਕੁਝ ਲਾ ਦੇਣਾ। ਤੁਹਾਡੇ ਕੋਲ ਇੱਕੋ ਹੀ ਚਿਪ ਹੈ, ਇਹਦੇ 'ਤੇ ਤੁਹਾਡਾ ਪ੍ਰੋਸੈਸਰ ਲੱਗਿਆ ਪਿਆ, ਇਹਦੇ 'ਤੇ ਤੁਹਾਡੀ ਮੈਮਰੀ ਲੱਗੀ ਪਈ ਹੈ, ਇਹਦੇ 'ਤੇ ਇਨਪੁਟ ਆਊਟਪੁੱਟ ਮਤਲਬ ਪੋਰਟ ਸਾਰੇ ਕਨੈਕਟ ਕਰੇ ਪਏ ਨੇ। ਜਦੋਂ ਇੱਕ ਚਿਪ ਦੇ ਉੱਪਰ ਹੀ ਇੱਥੇ ਲਿਖਿਆ ਵੀ ਹੋਊ ਕੰਪਲੀਟ CPU ਔਨ ਅ ਸਿੰਗਲ ਚਿਪ 1971 'ਚ ਅਚੀਵ ਹੁੰਦਾ ਹੈ, ਤੇ ਜਿਹਨੂੰ ਨਾਮ ਦਿੱਤਾ ਗਿਆ ਮਾਈਕਰੋ ਪ੍ਰੋਸੈਸਰ। ਐਜ਼ ਇਟ ਇਜ਼ ਸਵਾਲ ਪੇਪਰ ਪੁੱਛ ਚੁੱਕਿਆ ਕਿ ਇੱਕ ਚਿਪ ਦੇ ਉੱਤੇ CPU ਔਨ ਅ ਸਿੰਗਲ ਚਿਪ ਜਾਂ ਫਿਰ ਮਾਈਕਰੋ ਪ੍ਰੋਸੈਸਰ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਹੋਣਾ ਸ਼ੁਰੂ ਹੋਇਆ? ਤਾਂ ਯੂਜ਼ ਹੋਇਆ ਸਾਡੇ ਕੋਲੇ ਚੌਥੀ ਜਨਰੇਸ਼ਨ ਦੇ ਵਿੱਚ। ਇੰਪੋਰਟੈਂਟ ਪੁਆਇੰਟ ਹੈ, ਨੋਟ ਕਰਿਆ ਜਾਵੇ। ਅੱਗੇ ਆ ਜਾਓ।
ਕਪੈਸਿਟੀ ਵੱਧ ਗਈ, ਰੈਮ ਰੋਮ ਵਰਗੀਆਂ ਜਿਹੜੀਆਂ ਮੈਮਰੀਜ਼ ਸੀ, ਜਿਹੜੀਆਂ ਸੈਮੀਕੰਡਕਟਰ ਤੋਂ ਬਣਨ ਵਾਲੀਆਂ ਮੈਮਰੀ ਸੀ, ਉਹ ਵਰਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਚੌਥੀ ਜਨਰੇਸ਼ਨ ਦੇ ਵਿੱਚ। ਠੀਕ ਹੈ, ਮਾਈਕਰੋ ਪ੍ਰੋਗਰਾਮਿੰਗ ਦਾ ਕੰਸੈਪਟ, ਐਪਲੀਕੇਸ਼ਨ ਸੌਫਟਵੇਅਰ ਦਾ ਕੰਸੈਪਟ, ਡਾਟਾਬੇਸ ਦਾ ਕੰਸੈਪਟ, ਵਰਚੁਅਲ ਮੈਮਰੀ ਦਾ ਕੰਸੈਪਟ, ਇਹ ਸਾਰੇ ਵੱਖਰੇ ਵੱਖਰੇ ਕੰਸੈਪਟ ਨੇ। ਜਿਵੇਂ ਇੱਕ ਅੱਧੀ ਉਦਾਹਰਨ ਦੇ ਸਕਦਾ, ਐਪਲੀਕੇਸ਼ਨ ਸੌਫਟਵੇਅਰ ਹੈ। ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ, ਇੱਕ ਸਿਸਟਮ ਸੌਫਟਵੇਅਰ ਹੁੰਦੇ ਨੇ, ਇੱਕ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ। ਸਿਸਟਮ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਨੇ ਜਿਵੇਂ ਵਿੰਡੋਜ਼, ਠੀਕ ਹੈ, ਜਿਨ੍ਹਾਂ ਤੋਂ ਬਿਨਾ ਮੇਰਾ ਕੰਪਿਊਟਰ ਚੱਲ ਹੀ ਨਹੀਂ ਸਕਦਾ। ਤੁਹਾਨੂੰ ਕੋਈ ਨਾ ਕੋਈ ਆਪਰੇਟਿੰਗ ਸਿਸਟਮ ਪਾਉਣਾ ਪਊਗਾ, ਚਾਹੇ ਵਿੰਡੋ ਪਾਓ, ਚਾਹੇ ਉਹਦੇ ਵਿੱਚ ਲੀਨਕਸ ਪਾਓ, ਚਾਹੇ ਯੂਨਿਕਸ ਪਾਓ, ਤਾਂ ਹੀ ਕੰਪਿਊਟਰ ਚੱਲੂਗਾ ਨਾ। ਉਹ ਸਾਰੇ ਕਹਾਉਂਦੇ ਨੇ ਸਿਸਟਮ ਸੌਫਟਵੇਅਰ। ਕੁਝ ਸੌਫਟਵੇਅਰ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਵੱਖਰੇ ਵੱਖਰੇ ਕੰਮ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ, ਪਰ ਜੇ ਉਹ ਨਾ ਵੀ ਹੋਣ ਤਾਂ ਵੀ ਸਾਡਾ ਕੰਮ ਚੱਲ ਜਾਂਦਾ, ਐਡਾ ਕੋਈ ਰੌਲਾ ਨਹੀਂ। ਤੁਸੀਂ ਕਹੋਗੇ ਇਹ ਕਿਹੜੇ ਨੇ ਜੀ? ਅੱਜ ਜਿਵੇਂ ਮੈਂ ਹੁਣ ਇੱਥੇ ਚਲਾ ਰੱਖੀ ਹੈ, ਪ੍ਰੈਜੈਂਟੇਸ਼ਨ ਚਲਾ ਰੱਖੀ ਹੈ, ਤਾਂ PPT, ਮਾਈਕਰੋਸਾਫਟ ਆਫਿਸ ਕਹਿ ਲਓ, ਜਿਹ 'ਚ ਪ੍ਰੈਜੈਂਟੇਸ਼ਨ ਵੀ ਆ ਜਾਂਦੀ ਹੈ, ਐਕਸਲ ਵੀ ਆ ਜਾਂਦਾ, ਵਰਡ ਵੀ ਆ ਜਾਂਦਾ। ਨਹੀਂ ਹੋਊਗਾ ਕੰਪਿਊਟਰ 'ਚ, ਨਹੀਂ ਕਰ ਪਾਉਂਗੇ ਇਹ ਚੀਜ਼ਾਂ, ਪਰ ਐਂ ਤਾਂ ਨਹੀਂ ਹੈਗਾ ਵੀ ਕੰਪਿਊਟਰ ਚੱਲੂਗਾ ਹੀ ਨਹੀਂ ਯਾਰ। ਠੀਕ ਹੈ, ਇਹ ਕੀ ਕਹਾਉਂਦੇ ਨੇ? ਇਹ ਐਪਲੀਕੇਸ਼ਨ ਸੌਫਟਵੇਅਰ ਕਹਿੰਦੇ ਨੇ। ਡਾਟਾਬੇਸਿਸ ਬਣ ਗਏ, ਵੱਡੇ ਵੱਡੇ ਡਾਟਾਬੇਸ ਜਿਨ੍ਹਾਂ 'ਚ ਡਾਟਾ ਸਟੋਰ ਕੀਤਾ ਜਾ ਸਕਦਾ। ਠੀਕ ਹੈ, ਇਹ ਸਾਰੇ ਕਨਸੈਪਟ ਕਿਹੜੇ ਚੌਥੀ ਜਨਰੇਸ਼ਨ ਦੇ ਵਿੱਚ ਆਉਂਦੇ ਨੇ, ਤਾਂ ਧਿਆਨ 'ਚ ਰਹਿਣ। ਅੱਗੇ ਆ ਜਾਓ, ਕਹਿੰਦਾ ਜੇ ਮੈਂ ਦੇਖਾਂ ਪੋਰਟੇਬਲ ਕੰਪਿਊਟਰ ਸੀਗੇ, ਕੈਰੀ ਕੀਤੇ ਜਾ ਸਕਦੇ ਨੇ, ਕੰਪੈਕਟ ਸਾਈਜ਼ ਸੀ, ਸਪੀਡ ਜਿਹੜੀ ਮੈਜ਼ਰ ਕੀਤੀ ਜਾਣ ਲੱਗ ਪਈ ਸੀ ਉਹ ਮੈਗਾਹਰਟਜ਼। ਵੈਸੇ ਨਾ ਯੂਜ਼ਲੀ ਜੇ ਹੁਣ ਪੇਪਰ 'ਚ ਸਵਾਲ ਆਉਂਦਾ ਹੈ ਤਾਂ ਤੁਸੀਂ ਆਨਸਰ, ਜੇ ਤਾਂ ਆਪਸ਼ਨ ਮੈਗਾਹਰਟਜ਼ ਜਾਂ ਨਾਲ ਕੋਈ ਹੋਰ ਯੂਨਿਟ ਦਿੱਤੇ ਪਏ ਨੇ XYZ, ਠੀਕ ਹੈ, ਮਿਲੀ ਸੈਕਿੰਡ, ਫਲਾਣਾ ਸੈਕਿੰਡ, ਫਿਰ ਤਾਂ ਆਨਸਰ ਮੈਗਾਹਰਟਜ਼ ਹੀ ਲਾਉਣਾ। ਪਰ ਪੇਪਰ ਅੱਜ ਕੱਲ੍ਹ ਚੇਂਜ ਹੋ ਗਿਆ ਪੈਟਰਨ, ਹੁਣ ਆਨਸਰ ਗੀਗਾਹਰਟਜ਼ ਹੀ ਪੁੱਛਿਆ ਜਾਊ ਤੁਹਾਡੇ ਤੋਂ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਪ੍ਰੋਸੈਸਰ ਨੇ, ਕੰਪਿਊਟਰ ਨੇ, ਉਹਨਾਂ ਦੀ ਸਪੀਡ ਗੀਗਾਹਰਟਜ਼ 'ਚ ਮੈਜ਼ਰ ਹੁੰਦੀ ਹੈ। ਤੁਸੀਂ ਜਦੋਂ ਫੋਨ ਵੀ ਲੈਣ ਜਾਂਦੇ ਹੋ, ਤੁਸੀਂ ਇਹੀ ਪੁੱਛਦੇ ਹੋ ਕਿ ਪ੍ਰੋਸੈਸਰ ਦੀ ਸਪੀਡ ਕਿੰਨੀ ਹੈ, ਕਿੰਨੇ ਗੀਗਾਹਰਟਜ਼ ਹੈ। ਤਾਂ ਜੇ ਤਾਂ ਤੁਹਾਡੇ ਕੋਲੇ ਮੈਗਾਹਰਟਜ਼ ਨਾਲ ਗੀਗਾਹਰਟਜ਼ ਦਿੱਤਾ ਹੋਇਆ, ਫਿਰ ਤਾਂ ਆਨਸਰ ਗੀਗਾਹਰਟਜ਼ ਹੀ ਲਾਇਓ। ਜੇ ਗੀਗਾਹਰਟਜ਼ ਨਹੀਂ ਮੈਂਸ਼ਨਡ, ਬਾਕੀ ਯੂਨਿਟ ਕੁਝ ਮੈਂਸ਼ਨ ਨੇ, ਤਾਂ ਤੁਸੀਂ ਮੈਗਾਹਰਟਜ਼ ਆਨਸਰ ਮਾਰਕ ਕਰ ਸਕਦੇ ਹੋ। ਕਰੈਕਟ ਆਨਸਰ ਅਦਰਵਾਈਜ਼ ਐਕਚੁਅਲ ਦੇ ਵਿੱਚ ਇਹੀ ਬਣਦਾ ਹੈ। ਰੀਅਲ ਟਾਈਮ ਆਪਰੇਟਿੰਗ ਸਿਸਟਮ, ਯੂਨਿਕਸ, ਵਿੰਡੋਜ਼ ਵਰਗੇ ਇਹ ਹੋਂਦ ਦੇ ਵਿੱਚ ਆ ਗਏ ਇਸ ਟਾਈਮ ਦੇ ਵਿੱਚ, ਕਮਰਸ਼ੀਅਲ ਲੈਵਲ ਤੇ ਯੂਜ਼ ਹੋਣ ਲੱਗ ਪਿਆ। ਅਗਲੀ ਖਾਸ ਗੱਲ, ਨੈਟਵਰਕਿੰਗ, ਜਿਹੜੇ IP ਐਡਰੈਸਿਸ ਦੇ ਥਰੂ ਤੁਸੀਂ ਇੰਟਰਨੈਟ ਚਲਾਉਂਦੇ ਹੋ ਅੱਜ ਕੱਲ੍ਹ, ਡਾਟਾ ਕਮਿਊਨੀਕੇਸ਼ਨ ਪੋਸੀਬਲ ਹੋ ਪਾਇਆ, ਇਹ ਵੀ ਇਹਦੇ ਵਿੱਚ ਹੀ ਪਪੂਲਰ ਹੋਇਆ ਚੌਥੀ ਜਨਰੇਸ਼ਨ ਦੇ ਵਿੱਚ, ਕਿਉਂਕਿ ਇਹ ਤਾਂ ਹੁਣੀ ਦੇ ਹਾਲ ਦੇ ਵਿੱਚ ਹੀ ਇੰਪੋਰਟੈਂਟ ਹੋਇਆ। 1975 ਤੋਂ ਬਾਅਦ ਇਹ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ। ਨੋਟ ਕਰੀ ਚੱਲੋ ਕੱਲਾ ਕੱਲਾ ਪੁਆਇੰਟ ਕਿ ਨੈਟਵਰਕਿੰਗ, ਕਮਿਊਨੀਕੇਸ਼ਨ, ਐਂ ਡਾਇਰੈਕਟ ਕੁਐਸਚਨ ਪੈਂਦਾ ਪੇਪਰ ਦੇ ਵਿੱਚ ਕਿ ਨੈਟਵਰਕਿੰਗ ਜਾਂ ਡਾਟਾ ਕਮਿਊਨੀਕੇਸ਼ਨ ਕਿਹੜੀ ਜਨਰੇਸ਼ਨ ਦੇ ਵਿੱਚ ਸ਼ੁਰੂ ਹੋਈ, ਤਾਂ ਯਾਦ ਹੋਵੇ ਕਿ ਚੌਥੀ ਜਨਰੇਸ਼ਨ ਸ਼ੁਰੂ ਹੋਈ। ਜੇ ਧਿਆਨ ਨਾਲ ਗੱਲਾਂ ਸੁਣੀ ਜਾਓਗੇ ਤਾਂ ਸੁਣੀਆਂ ਹੋਈਆਂ ਗੱਲਾਂ ਬਹੁਤ ਪੇਪਰ 'ਚ ਕੰਮ ਆਉਂਦੀਆਂ ਨੇ, ਕਿ ਕਿਸੇ ਨੇ ਕੋਈ ਚੀਜ਼ ਬੋਲੀ ਸੀਗੀ ਤੇ ਉਹ ਝੱਟ ਸਟ੍ਰਾਈਕ ਕਰ ਜਾਂਦੀ ਹੈ ਪੇਪਰ 'ਚ ਬੈਠਿਆਂ ਨੂੰ, ਤਾਂ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ। ਠੀਕ ਹੈ, ਕਈ ਤਰ੍ਹਾਂ ਦੀਆਂ ਸੈਕੰਡਰੀ ਮੈਮਰੀਜ਼, ਫਾਸਟ ਸਪੀਡ ਹੋ ਗਈ ਉਹਨਾਂ ਦੀ, ਇਹ ਯੂਜ਼ ਹੋਣ ਲੱਗ ਪਈਆਂ। ਇਹਦੇ ਵਿੱਚ ਕਿਹੜੇ ਕਿਹੜੇ ਮੇਰੇ ਕੋਲੇ ਬਣੇ ਇਸ ਟਾਈਮ ਦੇ ਵਿੱਚ ਜਿਹੜੇ ਕੰਪਿਊਟਰ ਸੀ? ਕ੍ਰੇ 1, IBM ਸਟਾਰ 1000, ਐਪਲ ਮੈਕਿਨਟੋਸ਼, ਇਹ ਕੁਝ ਉਦਾਹਰਨਾਂ ਨੇ ਜਿਹੜੇ ਕੰਪਿਊਟਰ ਇਸ ਕਾਲ ਦੇ ਵਿੱਚ ਬਣੇ। ਉਸ ਤੋਂ ਬਾਅਦ ਮੈਂ ਸਿੱਧਾ ਮੂਵ ਕਰਦਾ ਮੇਰੀ 5ਵੀਂ ਜਨਰੇਸ਼ਨ ਤੇ, ਜਿਹੜੀ ਹੁਣ ਚੱਲ ਰਹੀ ਹੈ। 2000 ਤੋਂ ਬਾਅਦ ਵਾਲਾ ਦੌਰ ਆ ਜਿਹੜਾ ਸਾਰਾ, ਉਹ 5ਵੀਂ ਜਨਰੇਸ਼ਨ ਦਾ ਹੀ ਆ। ਹਜੇ ਵੀ ਇਹ 'ਚ ਡਿਵੈਲਪਮੈਂਟਸ ਚੱਲ ਰਹੀਆਂ ਨੇ, ਪੂਰੀ ਤਰ੍ਹਾਂ ਨਾਲ ਨਹੀਂ ਹੋ ਪਾਈ, ਮਤਲਬ ਹਲੇ ਜਿੰਨੀਆਂ ਇਹਦੇ ਵਿੱਚ ਲਿਖੀਆਂ ਗਈਆਂ ਚੀਜ਼ਾਂ ਨੇ ਕਾਫੀ ਇੰਪਲੀਮੈਂਟ ਹੋ ਗਈਆਂ, ਕਾਫੀ ਬਾਕੀ ਨੇ, ਸਟਿਲ ਅੰਡਰ ਡਿਵੈਲਪਮੈਂਟ ਹੈ, ਤੁਸੀਂ ਕਹਿ ਸਕਦੇ ਹੋ। ਇਹਦੇ ਵਿੱਚ ਬੇਸਿਕਲੀ 2-3 ਕਨਸੈਪਟਾਂ ਨੂੰ ਧਿਆਨ 'ਚ ਦਿੱਤਾ ਜਾਂਦਾ ਹੈ ਕਿ 2-3 ਕਨਸੈਪਟ ਮਹੱਤਵਪੂਰਨ ਨੇ। ਇੱਕ ਤਾਂ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕਨਸੈਪਟ। ਠੀਕ ਹੈ, ਇਹ ਟੈਕਨੋਲੋਜੀ ਤੇ ULSI ਟੈਕਨੋਲੋਜੀ ਵਰਤੀ ਜਾਊਗੀ। ਜਿਵੇਂ ਹੁਣ ਤੱਕ VLSI ਤੱਕ ਪਹੁੰਚੇ ਸੀ ਆਪਾਂ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਜਿਹਦੇ ਵਿੱਚ ਇੱਕ ਚਿੱਪ ਦੇ ਉੱਤੇ ਇੰਨੇ ਕੰਪੋਨੈਂਟ ਲੱਗਣਗੇ। ਇਹਦੇ ਵਿੱਚ ULSI ਅਲਟਰਾ ਲਾਰਜ ਸਕੇਲ, ਉਸ ਤੋਂ ਵੀ ਕਿਤੇ ਜ਼ਿਆਦਾ ਕੰਪੋਨੈਂਟ ਇੱਕ ਚਿੱਪ ਦੇ ਉੱਤੇ ਲੱਗਣਗੇ, ਲੱਖਾਂ ਦੇ ਵੀ ਮਤਲਬ ਹੁਣ ਕਰੋੜਾਂ 'ਚ ਕੰਪੋਨੈਂਟ ਪਹੁੰਚ ਗਏ, ਤੁਸੀਂ ਕਹਿ ਸਕਦੇ ਹੋ। ਅਗਲੀ ਗੱਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੀ ਮਤਲਬ ਹੁੰਦਾ? ਹੁਣ ਦੋ ਟਰਮਸ ਜਿਹੜੀਆਂ ਸਾਨੂੰ ਕਨਫਿਊਜ਼ ਕਰ ਜਾਂਦੀਆਂ ਨੇ। ਇੱਕ ਚੀਜ਼ ਹੁੰਦੀ ਆ IoT ਦਾ ਮਤਲਬ ਹੁੰਦਾ ਇੰਟਰਨੈਟ ਆਫ ਥਿੰਗਸ, ਇੱਕ ਹੁੰਦੀ ਆ ਮੇਰੇ ਕੋਲੇ ਆਰਟੀਫਿਸ਼ੀਅਲ ਇੰਟੈਲੀਜੈਂਸ। ਇਹ ਦੋਨਾਂ ਚੀਜ਼ਾਂ 'ਚ ਅੰਤਰ ਕੀ ਹੈ? ਬੇਸਿਕਲੀ ਮੈਂ ਹੁਣ ਜਿੱਥੇ ਮੈਂ ਇੱਥੇ ਪੜ੍ਹਾ ਰਿਹਾ, ਫਰਜ਼ ਕਰੋ ਮੈਂ ਸਾਰਾ ਕੁਝ ਇੰਟਰਨੈਟ ਨਾਲ ਕਨੈਕਟ ਕਰ ਲਾਂ, ਮੇਰੇ ਆਲੇ ਦੁਆਲੇ ਦੀਆਂ ਚੀਜ਼ਾਂ, ਪੱਖੇ ਲੱਗੇ ਨੇ, ਟਿਊਬ ਲੱਗਿਆ, ਆਹ ਪੈਨਲ ਲੱਗਿਆ ਹੋਇਆ, ਮੈਂ ਵੌਇਸ
ਵੌਇਸ ਦੇ ਨਾਲ ਕਮਾਂਡ ਕਰਾਂ ਇਹਨੂੰ, ਮੈਂ ਆਵਾਜ਼ ਮਾਰਾਂ ਵੀ ਪੈਨਲ ਔਨ ਹੋ ਜੇ, ਆਵਾਜ਼ ਮਾਰਾਂ ਪੱਖਾ ਔਨ ਹੋ ਜੇ, ਟਿਊਬਲਾਈਟ ਔਨ ਹੋ ਜੇ ਜਾਂ ਆਫ ਹੋ ਜੇ। ਇਹ ਹੋ ਗਿਆ ਇੰਟਰਨੈਟ ਆਫ ਥਿੰਗਸ। ਪਰ ਇਹ ਕੰਮ ਕਿਵੇਂ ਕਰਦਾ ਹੈ? ਇਹ ਕੰਮ ਕਰਦਾ ਜਿਹੜੀ ਟੈਕਨੋਲੋਜੀ ਦੇ ਬਿਹਾਫ ਤੇ, ਉਹ ਹੁੰਦੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ। ਮਤਲਬ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਇਹੋ ਜਿਹੀ ਟੈਕਨੋਲੋਜੀ ਹੈ, ਨਕਲੀ ਤਰ੍ਹਾਂ ਦੀ ਇੰਟੈਲੀਜੈਂਸ ਪੈਦਾ ਕਰਨੀ ਕਿਸੇ ਚੀਜ਼ ਦੇ ਵਿੱਚ। ਮੈਂ ਇੱਕ ਰੋਬੋਟ ਲਿਆਂਦਾ, ਰੋਬੋਟ ਨੂੰ ਘਰੇ 4 ਮਹੀਨੇ ਟ੍ਰੇਨ ਕੀਤਾ ਪੂਰਾ ਚੰਗੀ ਤਰ੍ਹਾਂ ਕਿ ਕੰਪਿਊਟਰ ਪੜ੍ਹਾਉਣਾ ਤੂੰ ਮੇਰੀ ਥਾਂ ਤੇ ਜਿਵੇਂ ਮੈਂ ਪੜ੍ਹਾ ਰਿਹਾ ਦੇਖੀ ਚੱਲ ਮੈਨੂੰ ਤੇ ਆਪਦੇ ਅੰਦਰ ਜਮ੍ਹਾਂ ਕਰੀ ਜਾ, ਐਵੇਂ ਜਾ ਕੇ ਡਿਲੀਵਰ ਕਰਨਾ ਤੂੰ ਬੋਰਡ ਦੇ ਉੱਤੇ ਖੜਾ ਹੋ ਕੇ। ਉਹਨੂੰ ਮੈਂ ਆਰਟੀਫਿਸ਼ਲੀ ਤਰੀਕੇ ਨਾਲ, ਬਨਾਵਟੀ ਤਰੀਕੇ ਨਾਲ ਸਿਖਾਈਆਂ ਚੀਜ਼ਾਂ। ਕਈ ਟੈਕਨੀਕਸ ਆਉਂਦੀਆਂ ਨੇ ਸਿਖਾਉਣ ਦੀਆਂ ਵੱਖਰੀਆਂ ਵੱਖਰੀਆਂ, ਠੀਕ ਹੈ, ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਵੇਂ ਫਜੀ ਲੌਜਿਕ, ਠੀਕ ਹੈ, ਇਹੋ ਜਿਹੇ ਕੁਝ ਕਨਸੈਪਟਸ ਹੁੰਦੇ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ, ਸਾਡੇ ਕੰਮ ਦੇ ਨਹੀਂ ਹੈਗੇ, ਬਸ ਸੁਣ ਲਓ। ਤੇ ਉਹ ਚੀਜ਼ ਫਿਰ ਉਹਨੇ ਜਾ ਕੇ ਡਿਲੀਵਰ ਕਰਤੀ ਇੱਥੇ। ਹੁਣ ਆਹੀ ਸੇਮ ਚੀਜ਼ ਕਿੰਨੀਆਂ ਥਾਵਾਂ ਤੇ, ਜਿਵੇਂ ਹੁਣੇ ਪਿੱਛੇ ਸਾਡੀ ਸਰਕਾਰ ਨੇ ਕਮੇਟੀ ਬਣਾਈ ਸੀਗੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਾਡੀ ਡਿਫੈਂਸ ਦੇ ਵਿੱਚ ਵਰਤਿਆ ਜਾਵੇ। ਕਿਉਂ ਨਾ ਇਹੋ ਜਿਹੇ ਰੋਬੋਟ ਬਾਰਡਰਾਂ ਦੇ ਖੜੇ ਕਰ ਦਿੱਤੇ ਜਾਣ, ਅਸੀਂ ਆਪਣੇ ਬੰਦੇ ਕਿਉਂ ਮਰਵਾਈਏ ਬਈ? ਰੋਬੋਟ ਸਾਡੀ ਥਾਂ ਤੇ ਲੜਨ, ਉਹਨਾਂ ਨੂੰ ਟ੍ਰੇਨ ਕਰਕੇ ਭੇਜਿਆ ਜਾਵੇ। ਤਾਂ ਟੈਕਨੀਕ ਆਪਣੇ ਆਪ ਦੇ ਵਿੱਚ ਬੜੀ ਹੀ ਇੰਪੋਰਟੈਂਟ ਹੈ, ਅੱਜ ਦੀ ਡੇਟ ਦੇ ਵਿੱਚ ਛਾਈ ਹੋਈ ਟੈਕਨੀਕ ਹੈ, ਠੀਕ ਹੈ। ਹੁਣ ਅਗਲੀ ਗੱਲ ਜੇ ਆਪਾਂ ਇਹਦੇ ਵਿੱਚ ਕਰੀਏ, ਮਤਲਬ ਕੰਪਿਊਟਰ ਇਹੋ ਜਿਹੇ ਬਣਾ ਦੇਣੇ ਨੇ ਜਿਹੜੇ ਹਿਊਮਨਸ ਵਾਂਗੂ ਬਿਹੇਵ ਕਰਨ। ਆਹੀ ਤਾਂ ਮੈਂ ਬੋਲ ਰਿਹਾ, ਹੋਊਗਾ ਤਾਂ ਉਹ ਕੰਪਿਊਟਰ ਹੀ ਜਿਹੜਾ ਰੋਬੋਟ ਮੇਰੀ ਥਾਂ ਤੇ ਖੜਾ ਪੜਾਊਗਾ, ਪਰ ਹਿਊਮਨਸ ਵਾਂਗੂ ਬਿਹੇਵ ਕਰ ਰਿਹਾ ਹੋਊਗਾ। ਕਿਹਦੇ ਨਾਲ ਪੋਸੀਬਲ ਆ? ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਪੋਸੀਬਲ ਹੈ, ਠੀਕ ਹੈ। ਹੁਣ ਮੈਂ ਜੇ ਅੱਗੇ ਗੱਲ ਕਰਾਂ, ਇਹਦੇ ਵਿੱਚ ਕੀ ਹੋਊਗਾ ਕਿ ਉਹ ਆਪਦੇ ਫੈਸਲੇ ਆਪ ਲੈ ਪਾਉਣਗੇ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਲਰਨਿੰਗ ਇੰਨੀ ਜ਼ਬਰਦਸਤ ਹੋਈ ਹੋਊਗੀ ਕਿ ਉਹ ਡਿਸੀਜਨ ਮੇਕਿੰਗ ਵੀ ਖੁਦ ਕਰ ਪਾਉਣਗੇ ਕਿ ਹੁਣ ਕੀ ਕਰਨਾ। ਤੁਸੀਂ ਤੁਹਾਡੇ ਜੋ ਕਿਸੇ ਜਵਾਕ ਨੇ ਸਵਾਲ ਪੁੱਛ ਲਿਆ ਤਾਂ ਆਪਦੀ ਸਮਝ ਦੇ ਹਿਸਾਬ ਨਾਲ ਉਹ ਸਵਾਲ ਦਾ ਉੱਤਰ ਦੇਊਗਾ, ਖੁਦ ਡਿਸੀਜਨ ਲਊਗਾ, ਇਹੋ ਜਿਹੀ ਮਸ਼ੀਨ ਬਣਾਈ ਜਾਊਗੀ, ਠੀਕ ਹੈ ਜੀ। ਇਹਦੇ ਵਿੱਚ ਜਿਵੇਂ ਵੌਇਸ ਰੈਕੋਗਨੀਸ਼ਨ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਆਵਾਜ਼ ਮਾਰਾਂ ਟਿਊਬ ਔਨ ਹੋ ਜੇ, ਬੰਦ ਹੋ ਜੇ, ਠੀਕ ਹੈ। ਵਿਜ਼ੂਅਲ ਰੈਕੋਗਨੀਸ਼ਨ ਹੋ ਸਕਦੀ ਹੈ, ਠੀਕ ਹੈ, ਜਿਵੇਂ ਫੋਨ ਤੁਹਾਡੇ ਅੱਖਾਂ ਦੇ ਨਾਲ ਇਰਿਸ਼ ਨਾਲ ਕਨੈਕਟ ਹੋ ਕੇ ਖੁੱਲ੍ਹਦੇ ਨੇ ਜਾਂ ਬੰਦ ਹੁੰਦੇ ਨੇਗੇ, ਦਰਵਾਜ਼ੇ ਐਵੇਂ ਤੁਸੀਂ ਕਨੈਕਟ ਬੰਦ ਖੋਲ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਈਆਂ ਟੈਕਨੋਲੋਜੀਜ਼। ਇਹ ਤੋਂ ਇਲਾਵਾ ਪੈਰਲਲ ਪ੍ਰੋਸੈਸਿੰਗ, ਜਿਹਦੇ ਵਿੱਚ ਪੈਰਲਲ ਪ੍ਰੋਸੈਸਿੰਗ ਦਾ ਮਤਲਬ ਕੀ ਹੁੰਦਾ? 2 ਜਾਂ 2 ਤੋਂ ਵੱਧ ਪ੍ਰੋਸੈਸਰਸ ਨੂੰ ਕਿਸੇ ਕੰਮ ਨੂੰ ਕਰਨ ਵਾਸਤੇ ਇੱਕੋ ਟਾਈਮ ਦੇ ਉੱਤੇ ਚਲਾਉਣਾ। ਮਤਲਬ ਕਿੱਥੇ ਦਾ ਇੱਕ ਪ੍ਰੋਸੈਸਰ ਹੈ, ਉਹ ਇੱਕ ਕੰਮ ਨੂੰ ਕਰ ਰਿਹਾ ਹੈ, ਉਹਨੂੰ ਟਾਈਮ ਲੱਗੂ ਕਰਨ ਨੂੰ। ਜੇ ਉਹੀ ਸੇਮ ਕੰਮ ਕਰਨ ਵਾਸਤੇ ਮੈਂ 2 ਜਾਂ 2 ਤੋਂ ਵੱਧ ਪ੍ਰੋਸੈਸਰਾਂ ਨੂੰ ਲਾ ਦਾਂ, ਅੱਧੇ ਟਾਈਮ 'ਚ ਅੱਧੇ ਕੀ, ਜੇ 2 ਲਾ ਦੇ ਤਾਂ ਅੱਧੇ ਟਾਈਮ 'ਚ ਹੋ ਜੂ, 3 ਲਾ ਦੇ 1/3 ਟਾਈਮ 'ਚ ਹੋ ਜੂ, 4 ਲਾ ਦੇ 1/4 ਟਾਈਮ ਦੇ ਵਿੱਚ ਕੰਮ ਹੋ ਜੂਗਾ ਮੇਰਾ। ਇਸ ਚੀਜ਼ ਨੂੰ ਅਸੀਂ ਬੋਲਦੇ ਹਾਂ ਪੈਰਲਲ ਪ੍ਰੋਸੈਸਿੰਗ, ਕਿ ਪੈਰਲਲੀ ਇੰਨੇ ਪ੍ਰੋਸੈਸਰ ਉਸ ਚੀਜ਼ ਨੂੰ ਪ੍ਰੋਸੈਸ ਕਰਨਗੇ। ਇਹ ਕੰਸੈਪਟ ਇਹਦੇ 'ਚ ਆਇਆ। ਸੁਪਰ ਕੰਡਕਟਿਵਿਟੀ ਮੰਨੀ ਜਾ ਰਹੀ ਹੈ, 5ਵੀਂ ਜਨਰੇਸ਼ਨ ਦਾ ਕੰਸੈਪਟ ਹੈ। ਸੁਪਰ ਕੰਡਕਟਿਵਿਟੀ ਦਾ ਮਤਲਬ ਹੁੰਦਾ ਜ਼ੀਰੋ ਲੌਸਸ। ਮੈਂ ਇੱਥੋਂ ਬੋਲ ਰਿਹਾ ਤੇ ਤੁਸੀਂ ਇੰਟਰਨੈਟ ਦੇ ਮਾਧਿਅਮ ਦੇ ਨਾਲ ਸੁਣ ਰਹੇ ਹੋ ਕਿਸੇ ਤੀਜੀ ਜਗ੍ਹਾ ਤੇ ਜਾ ਕੇ, ਜਾਂ ਕਿਸੇ ਦੂਰ ਦਰਾਡੇ ਬੈਠੇ ਕਿਸੇ ਏਰੀਏ ਦੇ ਵਿੱਚ ਸੁਣਨ ਲੱਗੇ ਹੋਏ ਹੋ। ਮੈਂ ਜਿਸ ਸਪੀਡ ਨਾਲ ਇੱਥੋਂ ਬੋਲਦਾ, ਜੋ ਮੇਰੀ ਇੱਥੇ ਕੁਆਲਿਟੀ ਹੈ, ਸੇਮ ਕੁਆਲਿਟੀ ਤੁਹਾਨੂੰ ਉੱਥੇ ਸੁਣੇ, ਬਿਲਕੁਲ ਵੀ ਵਿਚਾਲੇ ਲਾਸ ਨਾ ਹੋਵੇ। ਵੈਸੇ ਤਾਂ ਅਸੀਂ ਦੇਖਦੇ ਹਾਂ ਹਵਾ ਵਿੱਚ ਦੀ ਤਰੰਗਾਂ ਦੀ ਫਾਰਮ 'ਚ ਜਦੋਂ ਇੰਟਰਨੈਟ ਤੋਂ ਡਾਟਾ ਜਾਂਦਾ, ਕਿੰਨਾ ਸਾਰਾ ਡਾਟਾ ਲਾਸ ਵੀ ਹੋ ਜਾਂਦਾ, ਕਿਉਂਕਿ ਕਿੰਨੇ ਤਰ੍ਹਾਂ ਦੇ ਲਾਸਿਸ ਉਹਨੂੰ ਰਾਹ ਦੇ ਵਿੱਚ ਝੱਲਣੇ ਪੈਂਦੇ ਨੇ। ਬਿਜਲੀ ਕੜਕ ਗਈ, ਰਾਹ 'ਚ ਬਿਲਡਿੰਗਾਂ ਨਾਲ ਟਕਰਾਉਂਦਾ ਸਿਗਨਲ, ਤਾਂ ਲਾਸ ਹੋ ਜਾਂਦਾ। ਅਗਰ ਮੇਰਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਂ ਸਿਗਨਲ ਭੇਜਿਆ, ਰਾਹ 'ਚ ਕੋਈ ਵੀ ਮੀਡੀਅਮ ਆ, ਚਾਹੇ ਤਾਰ ਹੈ, ਚਾਹੇ ਹਵਾ ਦੀਆਂ ਤਰੰਗਾਂ ਵਿੱਚ ਦੀ ਉਹ ਉੜਦਾ ਜਾ ਰਿਹਾ, ਜਿੰਨੇ ਸਟਰੈਂਥ ਦਾ ਸਿਗਨਲ ਮੈਂ ਇੱਕ ਜਗ੍ਹਾ ਤੋਂ ਭੇਜਿਆ, ਉਹੀ ਸਟਰੈਂਥ ਦਾ ਸਿਗਨਲ ਅਗਰ ਮੈਨੂੰ ਰਿਸੀਵ ਹੋ ਗਿਆ ਤਾਂ ਮੈਂ ਉਹਨੂੰ ਸੁਪਰ ਕੰਡਕਟਿਵਿਟੀ ਬੋਲਦਾ। ਮਤਲਬ ਕੋਈ ਲਾਸ ਨਹੀਂ ਹੋਇਆ ਵਿੱਚ। ਅਚੀਵ ਕਰਨੀ ਬਹੁਤ ਔਖੀ ਹੈ, ਪਰ ਮੰਨਿਆ ਜਾ ਰਿਹਾ ਕਿ 5ਵੀਂ ਜਨਰੇਸ਼ਨ ਇਹ ਅਚੀਵ ਕਰੂਗੀ। ਆਪਟੀਕਲ ਫਾਈਬਰ ਇਹਦਾ ਇੱਕ ਬਹੁਤ ਵੱਡੀ ਉਦਾਹਰਨ ਹੋ ਸਕਦੀ ਹੈ। ਜਿਹੜੇ ਆਪਟੀਕਲ ਫਾਈਬਰ ਥੱਲੋਂ ਪਏ ਹੋਏ ਨੇ, ਆਪਾਂ ਤਾਰਾਂ ਥੱਲੋਂ ਦੀ ਪੈਂਦੀਆਂ ਨੇ ਜ਼ਮੀਨ ਨਾਲ ਪੱਟ ਕੇ, ਉਹਨਾਂ 'ਚ ਬਹੁਤ ਘੱਟ ਲਾਸ ਹੈ, ਉਹਨਾਂ ਦੀ ਬੈਂਡਵਿਡਥ ਬਹੁਤ ਹਾਈ ਹੈ ਤੇ ਉਹਨਾਂ ਦੀ ਸਪੀਡ ਬਹੁਤ ਹਾਈ ਹੈ। ਤੇ ਉਹ ਸੁਪਰ ਕੰਡਕਟਿਵਿਟੀ ਨੂੰ ਕਿਸੇ ਨਾ ਅੱਜ ਦੀ ਡੇਟ 'ਚ ਹਾਲੇ ਵੀ ਲਾਸਿਸ ਤਾਂ ਉਹ 'ਚ ਕਿਸੇ ਨਾ ਕਿਸੇ ਤਰ੍ਹਾਂ ਦੇ ਹੈਗੇ ਨੇ, ਪਰ ਫਿਊਚਰ ਦੇ ਵਿੱਚ ਉਹ ਇਹ ਸੁਪਰ ਕੰਡਕਟਿਵਿਟੀ ਨੂੰ ਅਚੀਵ ਕਰ ਸਕਦੇ ਨੇ, ਉਹਨਾਂ 'ਚ ਇਹ ਕੈਪੇਬਿਲਿਟੀ ਹੈਗੀ ਹੈ। ਤਾਂ 3-4 ਟੈਕਨੋਲੋਜੀਆਂ ਸਮਝ 'ਚ ਆ ਗਈਆਂ। ਪੈਰਲਲ ਪ੍ਰੋਸੈਸਿੰਗ ਇਹਦੇ 'ਚ ਵਰਤੀ ਗਈ, ਸੁਪਰ ਕੰਡਕਟਿਵਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ। ਸਿੱਧਾ ਸਵਾਲ ਪੁੱਛਿਆ ਜਾਊਗਾ 5ਵੀਂ ਜਨਰੇਸ਼ਨ ਦੇ ਵਿੱਚ ਕਿਹੜੀਆਂ ਟੈਕਨੋਲੋਜੀਆਂ ਹੋਂਦ ਦੇ ਵਿੱਚ ਆਈਆਂ? ਕੋਈ ਵੀ ਇੱਕ ਆਪਸ਼ਨ 'ਚ ਹੋ ਸਕਦੀਆਂ, ਸਾਰੀਆਂ ਆਪਸ਼ਨਸ 'ਚ ਹੋ ਸਕਦੀਆਂ ਨੇ, ਤਾਂ ਧਿਆਨ 'ਚ ਰੱਖਿਓ, ਕੁਐਸਚਨ ਮਿਸ ਨਹੀਂ ਹੋਣਾ ਚਾਹੀਦਾ। ਸਪੀਡ ਆ ਗਈ ਫਲॉप्स ਦੇ ਵਿੱਚ, ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਸੁਪਰ ਕੰਪਿਊਟਰ ਦੀ ਸਪੀਡ ਹੈ ਇਹ। ਪੇਪਰ 'ਚ ਸਵਾਲ ਅੱਗੇ ਸੁਪਰ ਕੰਪਿਊਟਰ ਪੜਾਊਂਗਾ ਜਦੋਂ ਟਾਈਪਸ ਆਫ ਕੰਪਿਊਟਰ ਤੇ ਮੂਵ ਕਰ ਗਏ
कि सुपर कंप्यूटर की स्पीड किहदे विच मापी जाती है, उसकी गति किवें मापते हैं, फ्लॉप्स दे विच फ्लोटिंग पॉइंट ऑपरेशंस पर सैकेंड इंपॉर्टेंट है। ये स्पीड असी अचीव कर चुके हैं क्योंकि सुपर कंप्यूटर अज की तरीक च बन चुके हैं, आपां नूं पता। उदाहरण इहदियां सुपर कंप्यूटर, रोबोट, डेस्कटॉप, लैपटॉप, टैबलैट, स्मार्टफोन, ये सारे ही 5वीं जनरेशन की कैटेगरी दे विच आउंदे ने। आ सी अपणियां जनरेशनस बखरियां बखरियां पहली तो लैके 5वीं जनरेशन तक तुहानूं मैं पढ़ाया, ਜਿਹੜੇ मैं पॉइंट तुहानूं 5 शुरू च दसते सी कि ਜਿਹੜੇ तुहाडे दिमाग च रहने चाहिए ने, ये 5 पॉइंट हर जनरेशन नूं लैके दिमाग च रहन, इन्हां दे विचों ही क्वेश्चन घुम के पेपर दे विच तुहानूं पुछया जाऊगा। उम्मीद करदा कि जनरेशन क्लीयर हो गई होणगीਆਂ। अगे एक छोटा जिहा हिस्सा डाटा ते इनफॉर्मेशन च की फर्क है। देखो कोई किसी पर्टिकुलर चीज़ नूं लैके मैं कुछ इनफॉर्मेशन गैदर की, डाटा इकट्ठा करिया, जो तो मैं एवं सिट रखिया, मतलब मैनू नहीं पता उसकी लत्त कित्थे आ, बांह कित्थे आ, मूँह कित्थे आ, वो डाटा है। जो मैं उन्होंने सीक्वेंस च ला लिया कि एक तरतीब च वधदे क्रम च घटदे क्रम च किसी तरीके नाल ला लिया। हुण जिवें उदाहरण के तौर पर मैं ये लिखदा 1 9 8 4 2, ठीक है, इत्थे तुसीं 1 लिख सॉरी 3 लिख दो। हुण ये मेरे को डाटा है, जो मैं किसी एक सीक्वेंस च ला लूँगा, मैं जानू वधदे क्रम च ला ला या घटदे क्रम च ला ला, मैं लिख ला 1 2 3 4 8 9। हुण ये मेरे को एक इनफॉर्मेशन बन गई। एवें ही जो कोई सेंटेंस नूं मैं सेंटेंस ही तोड़ ला, कोई एक उन्होंने एवें बिखरिया सट्टिया रखा, वो मेरे को डाटा कहाउंदा है। जो एक सीक्वेंस एक मीनिंगफुल चीज़ निकल जाती है, वो भी उसका मतलब हुण कोई बन रहा है, फिर वो मेरे को बन जाता है इनफॉर्मेशन, अदरवाइज वो डाटा। तो ये मेन फर्क रखियो तुसीं ध्यान दे विच, यही इंपॉर्टेंट है। डाटा एक टर्म आ जिहड़ी रॉ फैक्ट ते फिगर वास्ते वरती जाती है। जदों कहंदा इनफॉर्मेशन की है, एक डाटा जिन्हों तुसीं रिप्रजेंट करते हो यूजफुल ते मीनिंगफुल फॉर्म दे विच, जदों जानकारी उपयोगी ते अर्थपूर्ण रूप दे विच दर्शाए गए डाटा जिहड़ा हुंदा, उहनूं असीं बोल दिंदे हां कि वो इनफॉर्मेशन है, वो जानकारी ही कहाउंदी है अपने कोले, ठीक है। तो बड़ा एक सिंपल जिहा टॉपिक सीगा, छोटा जिहा। कई बार किसी पेपर च मैं देखिया सवाल कि इहदे ते पुछया गया सवाल कि रॉ फैक्ट्स या होर उहनूं असीं की बोलदे हां, इनफॉर्मेशन बोलदे हां, डाटा बोलदे हां, या XYZ की बोलिया जांदा। तां ये मैनूं नहीं लगदा कि कोई बड़ा औखी चीज़ सीगी, तो तुहानूं क्लीयर हो गई होएगी। अगे चलते हैं फंक्शनल कंपोनेंट कंप्यूटर के, किहड़े-किहड़े फंक्शनल कंपोनेंट ने कंप्यूटर के। देखो कंप्यूटर दे विच बेसिकली तो हार्डवेयर ते सॉफ्टवेयर दो चीज़ों के कंबीनेशन तो मिलकर बनता है सॉफ्टवेयर। कंप्यूटर तुहाडा हार्डवेयर वाली चीज़ां तुहाडा CPU, प्रोसैसर, मोनीटर लग्या होया मूहरे, ठीक है, फिर तुहाडे माउस, कीबोर्ड, इनपुट आउटपुट डिवाइस, ये सारे हार्डवेयर का पार्ट आ गए। सॉफ्टवेयर के विच जिहड़ी विंडो पैंदी है, ਜਾਂ पिछे मैं दस्सिया एप्लीकेशन सॉफ्टवेयर वर्ड वर्गे एक्सल वर्गे विच पाउने हो, वो सॉफ्टवेयर का पार्ट आ गया। दोनों तो मिलके जे कला डब्बा चक लियाओगे वो विंडो ही नहीं पाओगे, तो नहीं चलूगा। कली विंडो नूं की सर्च मारना चढ़ावांगे किहदे उपर, ठीक है। तो दोनों तो बिना एक दूजे बिना इन्हां दा सरदा नहीं हैगा, दोनों ही मिलके कंप्यूटर बनाउंदे ने। मुक्कदी गल ये है, आ लिखिया है कि हार्डवेयर च की चीज़ां आउंदियां ने ते सॉफ्टवेयर दे विच की चीज़ां आउंदियां ने। ऑपरेटिंग सिस्टम बेसिकली सॉफ्टवेयर दे विच मेन पार्ट आ गया। हुण जे मैं देखा मेन चीज़ जिहदे मैं आउना स्ट्रक्चर ते, आ मेरा मेन स्ट्रक्चर है कंप्यूटर का। जे आपां देखिए आ मेरा पूरे का पूरा CPU आ जिहड़ा सेंटर च लग्या होया, आ CPU आ। CPU बेसिकली 3 चीज़ों तो बनता है, ALU कंट्रोल यूनिट ते मैमरी यूनिट, ते आले दाले एक इनपुट यूनिट है, एक आउटपुट यूनिट है, ठीक है। आ कंप्लीट मेरे को स्ट्रक्चर की है, ये मेरी कंप्लीट स्ट्रक्चर हैगी जिहड़ी ये कंप्यूटर, ਜਾਂ ਤੁਸੀਂ कह लो कि कंप्यूटर का ब्लॉक डायग्राम है। बेसिकली कंप्यूटर आर्कीटैक्चर च ਅਸੀਂ होर भी खोलांगे, खोल के डिटेल च पढ़ांगे। ਇੱਥੇ मैं एक ओवरव्यू के पॉइंट ऑफ व्यू ਨਾਲ इस चैप्टर च ਤੁਹਾਨੂੰ पढ़ाऊँगा। ALU बोलते हैं ਅਸੀਂ ਇਹਨੂੰ अरिथमैटिक लॉजिकल यूनिट ਨੂੰ। ਇਹ ਮੇਰੇ ਕੋਲੇ अरिथमैटिक ऑपरेशंस भी करता है प्लस लॉजिकल ऑपरेशंस भी करता है। हुण गल आ गई कि अरिथमैटिक ऑपरेशंस किहड़े हुंदे ने, लॉजिकल ऑपरेशंस किहड़े हुंदे ने मेरे कोल। अरिथमैटिक ऑपरेशंस तो सिंपली मेरे कोल 4 ने, जोड़ कर लिया, घटाओ कर लिया, गुणा कर लिया या फिर भाग कर लिया। आ 4 मेरे कोले की ने अरिथमैटिक ऑपरेशंस ने। लॉजिकल ऑपरेशंस मेरे कोले कुछ अलग चीज़ां हुंदियां ने, जिवें एंड ऑपरेशन, और ऑपरेशन, नैंड ऑपरेशन, नॉर ऑपरेशन, एग्जॉर ऑपरेशन, एवें दे ऑपरेशन। हुण
ਇੱਕ ਉਦਾਹਰਨ ਨਾਲ ਥੋੜਾ ਜਿਹਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹਨਾਂ ਦੋਨਾਂ ਨੂੰ ਕਿ ਦੋਨਾਂ 'ਚ ਫਰਕ ਕੀ ਹੁੰਦਾ। ਜਿਵੇਂ ਮੈਂ ਕਹਾਂ ਮੇਰੇ ਕੋਲੇ ਦੋ ਨੰਬਰ ਨੇ, ਇੱਕ ਤਾਂ ਮੈਂ ਇਹਨਾਂ ਦੇ ਵਿੱਚ ਲਾਉਣਾ ਔਡ ਆਪਰੇਸ਼ਨ, ਇਹੀ ਸੇਮ ਨੰਬਰਾਂ ਦਾ ਮੈਂ ਕਰਨਾ ਜੋੜ, ਡਿਜੀਟਲ ਜੋੜ। ਜੋੜ 'ਚ ਵੀ ਫਰਕ ਹੈ, ਇੱਥੇ ਮੈਂ ਉਹ ਜੋੜ ਨਹੀਂ ਕਰ ਰਿਹਾ ਜਿਹੜਾ ਤੁਸੀਂ ਆਮ ਜੋੜ ਕਰਦੇ ਹੋ ਮੈਥਸ ਦੇ ਵਿੱਚ, ਗਣਿਤ 'ਚ। ਇੱਥੇ ਡਿਜੀਟਲ ਜੋੜ ਦੀ ਗੱਲ ਹੋ ਰਹੀ ਹੈ ਕਿ ਡਿਜੀਟਲੀ ਕਿਵੇਂ ਜੋੜਿਆ ਜਾਂਦਾ। ਇਹ 'ਚ ਚੈਪਟਰ ਪੜਾਂਗੇ ਆਪਾਂ ਇੱਕ ਜਿਹਦੇ ਵਿੱਚ ਕਨਵਰਜ਼ਨਾਂ ਪੜਾਈਆਂ ਜਾਣਗੀਆਂ, ਬਾਈਨਰੀ ਐਡੀਸ਼ਨ, ਬਾਈਨਰੀ ਸਬਟ੍ਰੈਕਸ਼ਨ, ਆ ਸਾਰੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ, ਉਹਦੇ 'ਚ ਆਊਗਾ ਇਹ। ਪਰ ਇੱਥੇ ਮੈਂ ਸਿਰਫ ਲੌਜੀਕਲ ਆਪਰੇਸ਼ਨਸ ਤੇ ਅਰਿਥਮੈਟਿਕ ਆਪਰੇਸ਼ਨਸ ਜਿਹੜੇ ALU ਪਰਫਾਰਮ ਕਰਦਾ ਇਹਨਾਂ 'ਚ ਫਰਕ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਦੈਟਸ ਇਟ। ਜੇ ਤਾਂ ਐਡੀਸ਼ਨ ਕਰਨੀ ਹੈ, ਐਡੀਸ਼ਨ 'ਚ ਇੱਕ ਗੱਲ ਯਾਦ ਰੱਖਿਓ, ਡਿਜੀਟਲ ਐਡੀਸ਼ਨ 'ਚ ਜਦੋਂ ਇੱਕ 'ਚ 0 ਜੋੜਦੇ ਹਾਂ ਅਸੀਂ ਤਾਂ ਉਹ 1 ਬਣ ਜਾਂਦਾ ਹੈ। ਜੇ ਇੱਕ ਦੇ ਵਿੱਚ 1 ਜੋੜਿਆ ਜਾਵੇ ਤਾਂ ਮੇਰੇ ਕੋਲੇ ਉਹ 1 + 1 10 ਬਣ ਜਾਂਦਾ ਤੇ 1 ਅੱਗੇ ਕੈਰੀ ਚਲਾ ਜਾਂਦਾ ਹੈ, ਮਤਲਬ ਹਾਸਲ ਦੇ ਤੌਰ ਤੇ ਚਲਿਆ ਜਾਂਦਾ। ਜੇ ਮੈਂ 1 ਦੇ ਵਿੱਚ 1 + 1 ਤਿੰਨੇ ਕੇ ਜੋੜਨਾ, 1 + 1 10, 10 'ਚ 1 ਜੋੜੋਗੇ 11, ਤਾਂ ਥੱਲੇ ਮੇਰੇ ਕੋਲੇ 1 ਆ ਜਾਊਗਾ ਤੇ ਅੱਗੇ 1 ਕੈਰੀ ਚਲਾ ਜਾਊਗਾ। ਆ ਤਿੰਨ ਚੀਜ਼ਾਂ ਯਾਦ ਰੱਖਿਓ। ਬਾਈਨਰੀ ਐਡੀਸ਼ਨ ਤਾਂ ਇੱਥੇ ਹੋਊਗੀ ਤੁਹਾਡੀ, ਹੋਰ ਐਡੀਸ਼ਨ 'ਚ ਕੱਖ ਨਹੀਂ ਹੈਗਾ ਬਾਈਨਰੀ ਐਡੀਸ਼ਨ ਕਰਨ ਦੇ ਵਿੱਚ। 1 + 0 1, 0 + 1 ਵੀ 1 ਹੁੰਦਾ, 1 'ਚ 1 ਜੋੜੋਗੇ 10, 0 ਥੱਲੇ ਲੱਗ ਜਾਂਦਾ, 1 ਅੱਗੇ ਹਾਸਲ ਚਲਾ ਜਾਂਦਾ। ਤਿੰਨੇ ਇੱਕਿਆਂ ਨੂੰ ਜੋੜੋਗੇ ਤਾਂ 1 ਥੱਲੇ 1 ਗਾਹਾਂ ਹਾਸਲ ਚਲਾ ਜਾਂਦਾ। ਮੁੱਕ ਗਈ ਗੱਲ, ਅੱਗੇ ਆ ਜਾਓ। ਇਹਦੇ ਹਿਸਾਬ ਨਾਲ ਜੇ ਮੈਂ ਉਰੇ ਬਾਈਨਰੀ ਐਡੀਸ਼ਨ ਕਰਾਂ ਕੀ ਬਣੂਗਾ, 0 'ਚ 1 ਜੋੜਿਆ 1 ਆ ਗਿਆ, 1 'ਚ 1 ਜੋੜੋਗੇ ਕਿੰਨਾ ਬਣ ਗਿਆ, 10 ਬਣ ਗਿਆ। 1 ਕੀ ਚਲਾ ਗਿਆ, ਕੈਰੀ। 1 'ਚ 1 ਜੋੜਿਆ 10, 10 'ਚ 1 ਕੈਰੀ ਵਾਲਾ ਜੋੜਨਾ ਪਊ ਜਿਹੜਾ ਪਿੱਛੋਂ ਹਾਸਲ ਤੋਂ ਆਇਆ 11, 11 ਦਾ 1 ਉਰੇ 1 ਅੱਗੇ ਫਿਰ ਹਾਸਲ, ਇੱਥੇ ਕੁਝ ਹੈ ਹੀ ਨਹੀਂ ਤਾਂ 1 ਉਰੇ ਆ ਗਿਆ, ਤਾਂ ਆ ਉੱਤਰ ਬਣ ਗਿਆ ਮੇਰੇ ਕੋਲੇ 1 1 0 1। ਪਰ ਜਦੋਂ ਮੈਂ ਇਹਦਾ ਔਡ ਆਪਰੇਸ਼ਨ ਕਰਾਂ, ਔਡ ਆਪਰੇਸ਼ਨ ਕਿਸੇ ਹੋਰ ਤਰੀਕੇ ਨਾਲ ਹੁੰਦਾ। ਔਰ ਦੇ ਵਿੱਚ ਸਾਨੂੰ ਔਰ ਗੇਟ ਦਾ ਟਰੁਥ ਟੇਬਲ ਫੋਲੋ ਕਰਨਾ ਪੈਂਦਾ ਹੈ। ਟਰੁਥ ਟੇਬਲ ਕੀ ਬੋਲਦਾ ਹੈ? ਔਰ ਗੇਟ ਕਿਵੇਂ ਕੰਮ ਕਰਦਾ ਹੈ? ਔਰ ਗੇਟ ਬੇਸਿਕਲੀ ਮੈਂ ਗੇਟ ਸਮਝਾਉਣਾ, ਗੇਟ ਕੀ ਚੀਜ਼ ਹੈ। ਥੋੜੀ ਜੀ ਕੰਸੈਂਟਰੇਸ਼ਨ ਦਿਓ, ਵੈਸੇ ਚੈਪਟਰ ਵੱਖਰਾ ਹੈ, ਉੱਥੇ ਡਿਟੇਲ 'ਚ ਸਮਝ ਆਊ, ਇੱਥੇ ਸਿਰਫ ਓਵਰਵਿਊ ਮਿਲੂਗਾ। ਇੱਕ ਘਰ ਨੂੰ ਬਣਾਉਣਾ ਹੈ, ਘਰ ਨੂੰ ਬਣਾਉਣ ਵਾਸਤੇ ਬੇਸਿਕ ਬਿਲਡਿੰਗ ਬਲੌਕ ਕੀ ਚਾਹੀਦਾ ਤੁਹਾਨੂੰ? ਛੋਟੀ ਤੋਂ ਛੋਟੀ ਚੀਜ਼ ਇੱਟ ਚਾਹੀਦੀ ਹੈ, ਇੱਟ ਨੂੰ ਲੈ ਕੇ ਹੀ ਘਰ ਬਣੂਗਾ ਜੇ ਪੱਕਾ ਘਰ ਬਣਾਉਣਾ ਹੈ। ਡਿਜੀਟਲ ਜਿੰਨੇ ਵੀ ਡਿਵਾਈਸ ਨੇ, ਡਿਜੀਟਲ ਡਿਵਾਈਸਿਸ ਦਾ ਬੇਸਿਕ ਜਿਹੜਾ ਯੂਨਿਟ ਹੈ ਜਿਹੜਾ ਉਹਨਾਂ ਨੂੰ ਬਣਾਉਣ ਵਾਸਤੇ ਚਾਹੀਦਾ ਹੈ, ਉਹਨੂੰ ਅਸੀਂ ਗੇਟ ਬੋਲਦੇ ਹਾਂ, ਲੌਜਿਕ ਗੇਟ, GATE। ਤੇ ਉਹ ਲੌਜਿਕ ਗੇਟ ਕਈ ਤਰ੍ਹਾਂ ਦੇ ਹੋ ਸਕਦੇ ਨੇ, ਆ ਉਹਨਾਂ ਦੀਆਂ ਟਾਈਪਸ ਨੇ ਲੌਜਿਕ ਗੇਟਸ ਦੀਆਂ, ਐਂਡ ਗੇਟ, ਔਰ ਗੇਟ ਐਂਡ ਆਲ। ਇਹ ਸਾਰੇ ਕਿਵੇਂ ਕੰਮ ਕਰਦੇ ਨੇ? ਜਿਹੜਾ ਔਰ ਗੇਟ ਮੈਂ ਕਹਿ ਰਿਹਾ ਦੇਖਣ ਨੂੰ ਐਵੇਂ ਹੁੰਦਾ ਹੈ, ਆ ਮੇਰਾ ਐਵੇਂ ਔਰ ਗੇਟ ਬਣ ਜਾਂਦਾ ਹੈ। ਮੰਨ ਲਓ ਇਹਦੀਆਂ 2 ਇਨਪੁਟਸ ਨੇ A ਤੇ B, 1 ਆਊਟਪੁੱਟ ਹੈ। ਹੁਣ ਕਿਸੇ ਵੀ ਡਿਜੀਟਲ ਡਿਵਾਈਸ ਨੂੰ ਇਨਪੁਟ ਤਾਂ 1 0 ਦੀ ਫਾਰਮ 'ਚ ਹੀ ਜਾ ਸਕਦੀ ਹੈ। ਜੇ 2 ਇਨਪੁਟਸ ਨੇ ਤਾਂ 4 ਕੰਬੀਨੇਸ਼ਨ ਬਣ ਸਕਦੇ ਨੇ, ਜਾਂ ਤਾਂ ਇਹਨਾਂ ਨੂੰ 0 0 ਦੇ ਸਕਦੇ ਹੋ, 0 1 ਦੇ ਸਕਦੇ ਹੋ, 1 0 ਦੇ ਸਕਦੇ ਹੋ, 1 1 ਦੇ ਸਕਦੇ ਹੋ। ਇਹਦੇ ਹਿਸਾਬ ਨਾਲ ਜਿਹੜੀ ਇਹ ਆਊਟਪੁੱਟ ਪ੍ਰੋਡਿਊਸ ਕਰਦਾ ਉਹ ਆ ਹੈ, ਇੱਕ ਵੀ ਇਨਪੁਟ ਅਗਰ 1 ਹੈ ਤਾਂ ਆਊਟਪੁੱਟ 1 ਆਊਗੀ, ਜੇ ਦੋਨੋਂ 0 ਨੇ ਤਾਂ 0 ਆਊਗੀ। ਹੁਣ ਆਹੀ ਔਡ ਆਪਰੇਸ਼ਨ ਦੇਖਣ ਨੂੰ ਤਾਂ ਇਹ ਵੀ ਜੋੜ ਜਿਹਾ ਹੀ ਲੱਗ ਰਿਹਾ ਕਿ 0 'ਚ 0 ਜੋੜਿਆ 0, 0 'ਚ 1 ਜੋੜਿਆ 1, 1 'ਚ 0 ਜੋੜਿਆ 1, 1 'ਚ 1 ਜੋੜਿਆ 10 ਨਹੀਂ, ਪਰ ਉਰੇ 1 ਆ ਰਿਹਾ, ਬਸ ਇੱਥੇ ਫਰਕ ਪੈ ਗਿਆ, ਇਸੇ ਨੂੰ ਹੀ ਔਡ ਆਪਰੇਸ਼ਨ कहता। ਹੁਣ ਇੱਥੇ ਜੇ ਮੈਂ ਔਡ ਆਪਰੇਸ਼ਨ ਲਾਵਾਂ, 1 'ਚ 0 ਜੋੜਿਆ 1, ਕਿਉਂਕਿ 0 1 ਤੇ ਮੇਰੇ ਕੋਲ 1 ਹੀ ਦੇ ਰਿਹਾ, 1 'ਚ 1 ਜੋੜੋਗੇ ਕੀ ਉੱਤਰ ਆਉਂਦਾ ਹੈ 1, ਇਹਦਾ ਮਤਲਬ ਉਰੇ ਵੀ 1 ਆਊ। ਫਿਰ 1 'ਚ 1 ਔਡ ਕਰ ਰਿਹਾ, ਜੋੜ ਨਹੀਂ ਰਿਹਾ, ਫਿਰ ਵੀ 1। ਹੁਣ ਇਸੇ ਦਾ ਜੇ ਮੈਂ ਔਡ ਆਪਰੇਸ਼ਨ ਕਰਾਂ ਤਾਂ ਮੇਰੇ ਕੋਲੇ ਆਨਸਰ ਆਉਂਦਾ 1 1 1। ਜੇ ਮੈਂ ਇਹਨਾਂ ਦੀ ਐਡੀਸ਼ਨ ਕਰਾਂ ਫਿਰ ਆਨਸਰ ਆਉਂਦਾ 1 1 0 1। ਆ ਮੇਰੇ ਕੋਲੇ ਹੈਗਾ ਅਰਿਥਮੈਟਿਕ ਆਪਰੇਸ਼ਨ, ਆ ਮੇਰੇ ਕੋਲੇ ਹੈਗਾ ਜੀ ਲੌਜੀਕਲ ਆਪਰੇਸ਼ਨ। ਤਾਂ ALU ਦੋਨੇ ਆਪਰੇਸ਼ਨ ਹੀ ਕਰਦਾ ਹੈ, ਅਰਿਥਮੈਟਿਕ ਆਪਰੇਸ਼ਨ ਵੀ ਕਰਦਾ ਹੈ ਤੇ ਲੌਜੀਕਲ ਆਪਰੇਸ਼ਨ ਵੀ ਕਰਦਾ ਹੈ। ਉਮੀਦ ਆ ਗੱਲ ਕਲੀਅਰ ਹੋਈ ਹੋਊਗੀ। ਅੱਗੇ ਆ ਜਾਓ। ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਕਿ ਬ੍ਰੇਨ ਮੰਨਿਆ ਜਾਂਦਾ ਕੰਪਿਊਟਰ ਦਾ। ਪੇਪਰ 'ਚ ਸਵਾਲ ਆਉਂਦਾ ਕਿ ਵਿਚ ਇਜ਼ ਕਾਲਡ ਦਾ ਬ੍ਰੇਨ ਆਫ ਕੰਪਿਊਟਰ, CPU, ਯਾਨੀ ਕਿ ਸੈਂਟਰਲ ਪ੍ਰੋਸੈਸਿੰਗ ਯੂਨਿਟ, ਫੁੱਲ ਫਾਰਮ ਵੀ ਪੁੱਛ ਲਈ ਜਾਂਦੀ ਹੈ। ਇਹਦੇ ਵਿੱਚ ਹੀ ਡਾਟਾ ਆਉਂਦਾ ਹੈ, ਇਹ ਉਹਨੂੰ ਪ੍ਰੋਸੈਸ ਕਰਦਾ ਹੈ, ਪ੍ਰੋਸੈਸ ਕਰਕੇ ਗਾਹਾਂ ਮੈਮਰੀ 'ਚ ਸਟੋਰ ਕਰ ਦਿੰਦਾ ਹੈ। ਦੈਟਸ ਇਟ, ਇਟ ਇਜ਼ ਕਾਲਡ ਬ੍ਰੇਨ ਆਫ ਕੰਪਿਊਟਰ, ਕਿਉਂਕਿ ਇਹ ਕੰਟਰੋਲ ਕਰਦਾ ਕੰਪਿਊਟਰ ਨੂੰ ਪੂਰੇ ਨੂੰ। ਇੰਸਟਰਕਸ਼ਨਾਂ ਨੂੰ ਜੋ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਨਿਰਦੇਸ਼ ਪ੍ਰਾਪਤ ਕਰਦਾ, ਫੈਚ ਕਰਦਾ ਹੈ, ਫਿਰ ਉਹਨਾਂ ਨੂੰ ਪੜ੍ਹਦਾ ਹੈ ਕਿ
ਕਿਹਾ ਕੀ ਹੈ ਕਿ ਕੀ ਪਰਫਾਰਮ ਕਰਾਂ ਮੈਂ, ਫਿਰ ਉਹਨਾਂ ਦੀ ਵਿਆਖਿਆ ਕਰਨ ਤੋਂ ਬਾਅਦ ਉਵੇਂ ਜਿਵੇਂ ਕੰਮ ਕਰਕੇ ਦੇ ਦਿੰਦਾ ਜਿਵੇਂ ਦੀ ਉਹਦੇ ਵਿੱਚ ਗੱਲ ਕਹੀ ਹੁੰਦੀ ਹੈ। ਇਹ ਇਹਦਾ ਮੇਨ ਰੋਲ ਰਹਿੰਦਾ ਹੈ CPU ਦਾ। ਠੀਕ ਹੈ, CPU ਦੇ ਵਿੱਚ ਅੱਗੇ ਕਈ ਹਿੱਸੇ ਹੁੰਦੇ ਨੇ, ALU ਹੁੰਦਾ, ਕੰਟਰੋਲ ਯੂਨਿਟ ਹੁੰਦਾ, ਮੈਮਰੀ ਰਜਿਸਟਰ ਲੱਗੇ ਹੁੰਦੇ ਨੇ। ਹੁਣ ALU ਦਾ ਜ਼ਿਕਰ ਆਪਾਂ ਕਰ ਚੁੱਕੇ ਹਾਂ ਕਿ ALU ਕੀ ਕਰਦਾ ਹੈ। ਅਰਿਥਮੈਟਿਕ ਜਿਹ 'ਚ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਇਹ ਸਾਰੇ ਕੰਮ ਆਉਂਦੇ ਨੇ। ਲੌਜੀਕਲ ਦੇ ਵਿੱਚ ਉਹ ਲੌਜੀਕਲ ਆਪਰੇਸ਼ਨਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਜਿਵੇਂ ਕਿ ਲੌਜੀਕਲ 'ਚ ਆਪਾਂ ਔਰ ਆਪਰੇਸ਼ਨ, ਐਂਡ ਆਪਰੇਸ਼ਨ, ਇਹ ਸਾਰੇ ਆਪਰੇਸ਼ਨਸ ਆ ਗਏ ਜਿਹੜੇ ਪਰਫਾਰਮ ਕਰਦਾ ਹੈਗਾ ਇਹ। ਕੰਟਰੋਲ ਯੂਨਿਟ ਦਾ ਕੰਮ ਕੀ ਹੈ? ਆਪਸ 'ਚ ਕੰਟਰੋਲ ਬਿਠਾਉਣਾ। ਜਿਵੇਂ ਤੁਸੀਂ ਕੋਈ ਬਾਹਰੋਂ ਕੀਬੋਰਡ ਨੂੰ ਕਨੈਕਟ ਕਰ ਲਿਆ ਕੰਪਿਊਟਰ ਦੇ ਨਾਲ, ਕੀਬੋਰਡ ਤੋਂ ਤੁਸੀਂ ਡਾਟਾ ਭਰਿਆ ਤੇ ਕੰਪਿਊਟਰ ਦੇ ਵਿੱਚ ਉਹ ਡਾਟਾ ਫੀਡ ਹੋ ਗਿਆ, ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਬਿਠਾਉਣ ਦੇ ਵਾਸਤੇ ਕੰਟਰੋਲ ਯੂਨਿਟ ਕੰਮ ਕਰੂਗਾ। ਮਾਊਸ ਕਨੈਕਟ ਕਰ ਲਿਆ, ਉਹਨੂੰ ਇਹ ਜੋੜਨ ਦੇ ਵਿੱਚ ਕੰਮ ਕਰੂਗਾ। ਤਾਂ ਇਹ ਕੰਟਰੋਲ ਯੂਨਿਟ ਦਾ ਕੰਮ ਹੈ ਮੇਰੇ ਕੋਲੇ। ਠੀਕ ਹੈ, ਮੈਮਰੀ ਰਜਿਸਟਰ ਕਈ ਤਰ੍ਹਾਂ ਦੇ ਆਉਂਦੇ ਨੇ, ਮਤਲਬ ਰਜਿਸਟਰ ਇੱਕ ਤਰ੍ਹਾਂ ਦੀ ਉਹ ਹੋ ਗਈ ਜਿਹੜੇ ਡਾਟਾ ਨੂੰ ਸਟੋਰ ਕਰਨ ਦਾ ਕੰਮ ਕਰਨਗੇ। ਇੱਕ ਰਜਿਸਟਰ ਕਿੰਨਾ ਡਾਟਾ ਸਟੋਰ ਕਰ ਸਕਦਾ, ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਉਹਦਾ ਸਾਈਜ਼ ਕਿੱਡਾ ਹੈ। ਸਾਈਜ਼ ਕਿਵੇਂ ਆਉਂਦੇ ਨੇ ਇਹਨਾਂ ਦੇ? 16 ਬਿਟ ਦੇ ਰਜਿਸਟਰ ਵੀ ਹੁੰਦੇ ਨੇ, 8 ਬਿਟ ਦੇ ਰਜਿਸਟਰ ਵੀ ਹੁੰਦੇ ਨੇ, 32 ਦੇ ਵੀ ਹੁੰਦੇ ਨੇ, 64 ਦੇ ਵੀ ਹੁੰਦੇ ਨੇ, ਵੱਧ ਵੀ ਹੋ ਸਕਦੇ ਨੇ। ਜਿੰਨੇ ਬਿਟ ਦਾ ਰਜਿਸਟਰ ਆ ਉਨੀਆਂ ਹੀ ਬਿਟਸ ਉਹ ਡਾਟਾ ਦੀਆਂ ਸਟੋਰ ਕਰ ਸਕਦਾ। ਮਤਲਬ ਜੇ 8 ਬਿਟ ਦਾ ਤਾਂ ਉਹਦੇ ਵਿੱਚ 1100 ਕਰਕੇ 8 ਬਿਟਾਂ ਹੀ ਸਟੋਰ ਹੋ ਸਕਦੀਆਂ ਨੇ। ਰਜਿਸਟਰਾਂ ਦੇ ਜਿਵੇਂ ਮੈਂ ਕਾਮਨ ਜੇ ਨਾਮ ਨੇ, ਅਕਮੂਲੇਟਰ ਇੱਕ ਰਜਿਸਟਰ ਦਾ ਨਾਮ ਹੈ। ਠੀਕ ਹੈ, ਫਿਰ ਤੁਹਾਡੇ ਕੋਲੇ ਇੰਸਟਰਕਸ਼ਨ ਪੁਆਇੰਟਰ ਹੈ ਇੱਕ। ਮੈਂ ਇਹਦੀ ਡਿਟੇਲ 'ਚ ਬਿਲਕੁਲ ਨਹੀਂ ਜਾ ਰਿਹਾ ਕਿਉਂਕਿ ਜਦੋਂ ਮੈਂ ਕੰਪਿਊਟਰ ਆਰਕੀਟੈਕਚਰ ਪੜ੍ਹਾਊਂਗਾ ਕੱਲਾ ਮੈਂ ਚੱਕੂੰਗਾ ਅਕਮੂਲੇਟਰ ਕੀ ਕਰਦਾ ਹੈ, ਕੀ ਅਕਮੂਲੇਟਰ ਦਾ ਰੋਲ ਹੈ, ਇੰਸਟਰਕਸ਼ਨ ਪੁਆਇੰਟਰ ਦਾ ਕੀ ਰੋਲ ਹੈ, ਪ੍ਰੋਗਰਾਮ ਕਾਊਂਟਰ ਨਾਮ ਦਾ ਇੱਕ ਰਜਿਸਟਰ ਹੁੰਦਾ ਉਹਦਾ ਕੀ ਰੋਲ ਹੈ, ਉੱਥੇ ਹੀ ਪੜ੍ਹਾਊਂਗਾ ਡਿਟੇਲ 'ਚ। ਇੱਥੇ ਮੈਂ ਸਿਰਫ ਓਵਰਵਿਊ ਦੇ ਰਿਹਾ ਕਿ ਇਹਦੇ 'ਚ ਹੁੰਦਾ ਕੀ ਹੈ, ਤੇ ਸਾਨੂੰ ਇੰਨੀ ਕੀ ਹੀ ਇੱਥੇ ਰਿਕੁਆਇਰਡ ਹੈ ਨੌਲੇਜ ਇਸ ਪੁਆਇੰਟ ਦੇ ਉੱਤੇ। ਜਿਵੇਂ ਅਕਮੂਲੇਟਰ ਹੈ, ਠੀਕ ਹੈ, ਮੇਨ ਰਜਿਸਟਰ ਹੁੰਦਾ ਅਕਮੂਲੇਟਰ ਇਹਦੇ ਵਿੱਚ, ਜਿਹੜਾ ਕਿ ਸਾਡੇ ਕੋਲੇ ALU 'ਚ ਯੂਜ਼ ਹੁੰਦਾ ਬੇਸਿਕਲੀ। ਜਿੰਨੇ ਅਰਿਥਮੈਟਿਕ ਤੇ ਲੌਜੀਕਲ ਆਪਰੇਸ਼ਨਸ ਦੀ ਆਪਾਂ ਗੱਲ ਕੀਤੀ ਹੈ ਪਿੱਛੇ ਮੈਂ ਤੁਹਾਨੂੰ ਸਮਝਾਏ ਨੇ, ਇਹ ਬਿਨਾਂ ਅਕਮੂਲੇਟਰ ਦੀ ਮਦਦ ਦੇ ਹੋ ਹੀ ਨਹੀਂ ਸਕਦੇ। ਅਕਮੂਲੇਟਰ ਨੂੰ ਵਰਤ ਕੇ ਹੀ ਅਰਿਥਮੈਟਿਕ ਲੌਜੀਕਲ ਆਪਰੇਸ਼ਨਸ ਪਰਫਾਰਮ ਕੀਤੇ ਜਾ ਸਕਦੇ ਆ। ਕਿਵੇਂ? ਉਦਾਹਰਨ ਦੇ ਕੇ ਸਮਝਾਊਂਗਾ ਡਿਟੇਲ 'ਚ ਉਸ ਲੈਕਚਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਕੰਪਿਊਟਰ ਆਰਕੀਟੈਕਚਰ ਚੈਪਟਰ ਦੇ ਵਿੱਚ। ਬਸ ਇੱਥੇ ਸਿੰਪਲ ਸਵਾਲ ਇਹੀ ਬਣੂਗਾ ਕਿ ਉਹ ਕਿਹੜਾ ਰਜਿਸਟਰ ਹੈ ਜਿਹਦੀ ਮਦਦ ਦੇ ਬਿਨਾਂ ਅਰਿਥਮੈਟਿਕ ਜਾਂ ਫਿਰ ਲੌਜੀਕਲ ਆਪਰੇਸ਼ਨ ਪਰਫਾਰਮ ਹੀ ਨਹੀਂ ਕੀਤੇ ਜਾ ਸਕਦੇ। ਤਾਂ ਉਹ ਕਿਹੜਾ ਹੈਗਾ ਜੀ? ਉਹ ਹੈਗਾ ਅਕਮੂਲੇਟਰ। ਬਸ ਇੰਨਾ ਇੱਥੇ ਯਾਦ ਕਰ ਲਓ। ਮੈਮਰੀ ਆ ਗਈ। ਮੈਮਰੀ ਸਾਡੇ ਕੋਲੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੰਟਰਨਲ ਵੀ ਹੋ ਸਕਦੀ ਹੈ, ਐਕਸਟਰਨਲ ਵੀ ਹੋ ਸਕਦੀ ਹੈ। ਇੰਟਰਨਲ ਦੇ ਵਿੱਚ ਮੇਰੇ ਕੋਲੇ ਰੈਮ ਹੋਊਗੀ, ਰੋਮ ਹੋਊਗੀ। ਠੀਕ ਹੈ, ਐਕਸਟਰਨਲ ਤੁਹਾਡੇ ਕੋਲੇ ਕਈ ਤਰ੍ਹਾਂ ਦੀਆਂ ਹੋ ਸਕਦੀਆਂ, ਪੈਨ ਡਰਾਈਵਸ ਹੋ ਸਕਦੀਆਂ ਨੇ ਜੀ ਸਾਡੇ ਕੋਲੇ, ਹਾਰਡ ਡਿਸਕ ਡਰਾਈਵ ਹੋ ਸਕਦੀ ਹੈ, XYZ। ਮੈਮਰੀ ਆਪਣੇ ਆਪ ਦੇ ਵਿੱਚ ਕੰਪਲੀਟ ਚੈਪਟਰ ਹੈ ਤੇ ਮੈਨੂੰ ਲੱਗਦਾ ਮੈਮਰੀ 'ਚੋਂ ਜਿੰਨੇ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਮੈਮਰੀ ਚੈਪਟਰ ਨਜ਼ਰਅੰਦਾਜ਼ ਕੀਤਾ ਹੀ ਨਹੀਂ ਜਾ ਸਕਦਾ। ਮੈਮਰੀ ਚੈਪਟਰ 'ਚ ਕੱਲੀ ਮੈਮਰੀ ਪੜ੍ਹਾਊਂਗਾ। ਰੈਮ ਦੀਆਂ ਅੱਗੇ ਟਾਈਪਸ, ਡਾਇਨਾਮਿਕ ਰੈਮ ਕੀ ਹੁੰਦੀ ਹੈ, ਸਟੈਟਿਕ ਰੈਮ ਕੀ ਹੁੰਦੀ ਹੈ, ਰੋਮ ਉਹਦੀਆਂ EPROM, EEROM ਸਾਰੀਆਂ ਟਾਈਪਸ ਡਿਟੇਲ 'ਚ ਉੱਥੇ ਪੜ੍ਹਿਆ ਜਾਊਗਾ। ਬਸ ਫਿਲਹਾਲ ਇੱਥੇ ਤਾਂ ਸਿਰਫ ਇੰਨੀ ਡਿਟੇਲ ਹੀ ਹੈ ਕਿ ਦੋ ਤਰ੍ਹਾਂ ਦੀ ਮੈਮਰੀ ਹੁੰਦੀ ਹੈ। ਠੀਕ ਹੈ, ਪ੍ਰਾਇਮਰੀ ਤੇ ਮੇਨ ਮੈਮਰੀ ਵੀ ਕਹਿ ਸਕਦੇ ਹਾਂ, ਇਹਨੂੰ ਵੀ ਅਸੀਂ ਇਹ ਵੀ ਬੋਲ ਸਕਦੇ ਹਾਂ ਕਿ ਆਹ ਸਾਡੀ ਪ੍ਰਾਇਮਰੀ ਜਾਂ ਮੇਨ ਮੈਮਰੀਜ਼ ਨੇ, ਆਹ ਸਾਡੀਆਂ ਸੈਕੰਡਰੀ ਮੈਮਰੀਜ਼ ਨੇ, ਜਾਂ ਇੰਟਰਨਲ ਐਕਸਟਰਨਲ। ਮਤਲਬ ਨਾਮ ਇੱਕੋ ਹੀ ਨਾਮ ਨੇ, ਤੁਸੀਂ ਬਦਲ ਕੇ ਵਰਤ ਸਕਦੇ ਹੋ। ਬਾਕੀ ਜਿਹੜੀ ਮੇਰੇ ਕੋਲੇ ਬੇਸਿਕਲੀ ਇਹ ਹੁੰਦੀ ਹੈ ਪ੍ਰਾਇਮਰੀ ਮੈਮਰੀ ਹੁੰਦੀ ਹੈ, ਇਹ ਜ਼ਿਆਦਾਤਰ ਵੋਲੇਟਾਈਲ ਹੁੰਦੀ ਹੈ ਨੇਚਰ ਦੇ ਵਿੱਚ, ਮਤਲਬ ਚੇਂਜ ਹੋ ਜਾਂਦੀ ਹੈ। ਜਿਵੇਂ ਹੀ ਤੁਸੀਂ ਪਾਵਰ ਸਵਿਚ ਆਫ ਕਰਦੇ ਹੋ ਤਾਂ ਡਾਟਾ ਪਰਮਾਨੈਂਟਲੀ ਇਰੇਜ਼ ਹੋ ਜਾਂਦਾ। ਰੈਮ ਜਿਵੇਂ ਹੁੰਦੀ ਹੈ ਨਾ ਸਾਡੀ, ਇਹ ਗੱਲ ਮੈਂ ਸਮਝਾਉਣਾ, ਨੋਟ ਕਰਿਓ। ਕੰਪਿਊਟਰ ਦੀ ਕੀ ਪ੍ਰੋਪਰਟੀ ਹੈ? ਤੁਸੀਂ ਜਦੋਂ ਕੰਪਿਊਟਰ ਕੋਲ ਕੋਈ ਇਨਸਟਰਕਸ਼ਨ ਆਉਂਦੀ ਹੈ ਤਾਂ ਕੰਪਿਊਟਰ ਕੀ ਕਰਦਾ, ਉਹ ਇਨਸਟਰਕਸ਼ਨ ਸਭ ਤੋਂ ਪਹਿਲਾਂ ਉਹਦੀ ਰੈਮ 'ਚ ਜਾਂਦੀ ਹੈ। ਰੈਮ ਦੇ ਵਿੱਚੋਂ ਹੀ ਉਹ ਐਗਜ਼ੀਕਿਊਟ ਹੁੰਦੀ ਹੈ, ਅੱਗੇ ਕੰਮ ਹੁੰਦਾ ਉਹਦਾ ਵੀ ਕੀ। ਜਿਵੇਂ ਹੁਣ ਮੈਂ ਐਡ ਕਰਨ ਨੂੰ ਕਹਿਤਾ, ਐਡ ਦੀ ਕਮਾਂਡ ਸਿੱਧੀ ਰੈਮ ਦੇ ਵਿੱਚ ਗਈ, ਉੱਥੋਂ ਕੰਪਿਊਟਰ ਚੱਕ ਕੇ ਐਗਜ਼ੀਕਿਊਟ ਕਰੂਗਾ ਰੈਮ ਦੇ ਵਿੱਚੋਂ। ਹੁਣ ਇਹਦਾ ਮਤਲਬ ਜੇ ਮੈਂ ਸਵਿਚ ਆਫ ਕਰਤਾ ਕੰਪਿਊਟਰ, ਠੀਕ ਹੈ, ਜਾਂ ਲਾਈਟ ਉੱਡ ਗਈ ਮੇਰੀ, ਬੰਦ ਹੋ ਗਿਆ ਕੰਪਿਊਟਰ, ਪਿੱਛੋਂ ਪਾਵਰ ਸਪਲਾਈ ਆਫ ਕਰਤੀ, ਜਦੋਂ ਮੈਂ ਕੰਪਿਊਟਰ ਔਨ ਕਰੂੰਗਾ ਕੀ ਤੁਹਾਡੀ ਐਡ ਦੀ ਕਮਾਂਡ ਜਿਹੜੀ ਤੁਹਾਡੀ ਹੈਗੀ ਆ ਉਹ ਉੱਥੇ ਖੜੀ ਹੈ? ਕਦੇ ਵੀ ਨਹੀਂ ਖੜੀ ਹੁੰਦੀ, ਕੰਪਿਊਟਰ ਤਾਂ ਦੁਬਾਰਾ ਰੀਸੈਟ ਹੋ ਜਾਂਦਾ। ਇਹਦਾ ਮਤਲਬ ਉਹ ਮੈਮਰੀ, ਜਿਹੜੀ ਮੈਮਰੀ ਪਾਵਰ ਸਵਿਚ ਆਫ ਹੋਣ ਤੋਂ ਬਾਅਦ ਖਾਲੀ ਹੋ ਜੇ,
मतलब ਉਹਦੇ ਵਿੱਚ ਜਿਹੜਾ ਪਹਿਲਾਂ ਡਾਟਾ ਪਿਆ ਸੀ ਸਾਰਾ ਹੀ ਇਰੇਜ਼ ਹੋ ਜੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਵੋਲਾਟਾਈਲ ਮੈਮਰੀ, ਕਿ ਉਹ ਵੋਲਾਟਾਈਲ ਬਹੁਤ ਹੈ, ਚੇਂਜ ਹੋ ਜਾਂਦੀ ਹੈ। ਤੇ ਉਹਦੀ ਐਗਜ਼ਾਮਪਲ ਕਿਹੜੀ ਹੋਗੀ ਫਿਰ ਰੈਮ, ਕਿਉਂਕਿ ਸਾਰਾ ਡਾਟਾ ਤਾਂ ਰੈਮ 'ਚ ਜਾਂਦਾ। ਤੇ ਜਿਹੜੀ ਨੌਨ ਵੋਲਾਟਾਈਲ ਹੈ, ਜਿਹੜੀ ਬਦਲਦੀ ਨਹੀਂ ਕਦੇ, ਉਹ ਕਿਹੜੀ ਹੈ? ਉਹ ਹੈਗੀ ਆ ਰੋਮ। ਫਿਰ ਰੋਮ 'ਚ ਇਹੋ ਜਿਹਾ ਕੀ ਹੁੰਦਾ? ਰੋਮ ਦੇ ਵਿੱਚ ਬੜੀਆਂ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਨੇ, ਜਿਵੇਂ ਬਾਇਓਸ, ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਬਾਇਓਸ ਇੱਕ ਇਹੋ ਜਿਹੀ ਚੀਜ਼ ਹੈ ਕੰਪਿਊਟਰ ਨੂੰ ਸ਼ੁਰੂ ਹੋਣ ਲਈ, ਜਦੋਂ ਤੁਸੀਂ ਇੱਕ ਵਾਰ ਕੰਪਿਊਟਰ ਦੀ ਸੁੱਚ ਔਨ ਕਰਦੇ ਹੋ, ਬੂਟਿੰਗ ਨਹੀਂ ਚੱਲਦੀ ਰਹਿੰਦੀ, ਐਵੇਂ ਗੋਲ ਸਰਕਲ ਜਿਹਾ ਘੁੰਮਦਾ ਰਹਿੰਦਾ, ਫਿਰ ਕੰਪਿਊਟਰ ਔਨ ਹੁੰਦਾ ਹੈ। ਉਹਦੇ ਉੱਥੇ ਇੱਕ ਸੌਫਟਵੇਅਰ ਪਾਇਆ ਹੁੰਦਾ ਤੁਹਾਡੇ ਕੰਪਿਊਟਰ ਦੇ ਵਿੱਚ ਕੰਪਨੀਆਂ ਵੱਲੋਂ ਹੀ, ਉਹ ਸੌਫਟਵੇਅਰ ਰੱਖਿਆ ਹੁੰਦਾ ਰੋਮ ਦੇ ਵਿੱਚ। ਜਿਵੇਂ ਹੀ ਤੁਸੀਂ ਸੁੱਚ ਦਬਦੇ ਹੋ, ਪਾਵਰ ਦਿੰਦੇ ਹੋ, ਉਹ ਸੌਫਟਵੇਅਰ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਹੋ ਕੇ ਉਹ ਆਪਰੇਟਿੰਗ ਸਿਸਟਮ, ਜਿਹੜੀ ਤੁਹਾਡੀ ਵਿੰਡੋ ਹੈ, ਵਿੰਡੋ ਤੁਹਾਡੀ ਸੀ ਡਰਾਈਵ ਦੇ ਵਿੱਚ ਰੱਖੀ ਹੁੰਦੀ ਹੈ ਕੰਪਿਊਟਰ ਦੇ ਵਿੱਚ। ਜੇ ਤੁਸੀਂ ਡਰਾਈਵਸ ਬਣੀਆਂ ਹੁੰਦੀਆਂ ਨੇ ਨਾ, CDEF, ਸੀ 'ਚ ਪਈ ਹੁੰਦੀ ਹੈ, ਉਹ ਸੀ 'ਚ ਕਿੱਥੇ ਪਈ ਹੈ ਉਹਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਇਹ ਬਾਇਓਸ। ਲੱਭ ਕੇ ਉਹਦੀਆਂ ਫਾਈਲਾਂ ਨੂੰ ਚਲਾਉਂਦਾ ਹੈ, ਤੇ ਚੱਲਣ ਤੋਂ ਬਾਅਦ ਫਿਰ ਕੰਪਿਊਟਰ ਔਨ ਹੁੰਦਾ ਸਾਡਾ। ਇਹ ਪ੍ਰੋਸੈਸ ਹੁੰਦਾ ਉਹ ਬੂਟਿੰਗ ਦੇ ਵਿੱਚ ਪੂਰਾ। ਉਹਨੂੰ ਵੀ ਪੜਾਂਗੇ ਕਿ ਬੂਟਿੰਗ 'ਚ ਹੁੰਦਾ ਕੀ ਹੈ, ਸਟੈਪ ਵਾਈਜ਼ ਕਿਹੜੀਆਂ ਫਾਈਲਸ ਹੁੰਦੀਆਂ ਨੇ। ਤਾਂ ਇਹ ਬਾਇਓਸ ਤਾਂ ਮੈਨੂੰ ਫਿਰ ਚਾਹੀਦਾ। ਜੇ ਬਾਇਓਸ ਹੀ ਡਿਲੀਟ ਹੋ ਗਿਆ ਤਾਂ ਅਗਲੀ ਵਾਰ ਜਦੋਂ ਕੰਪਿਊਟਰ ਦੀ ਸੁੱਚ ਔਨ ਕਰੂੰਗਾ, ਕੰਪਿਊਟਰ ਤਾਂ ਔਨ ਹੀ ਨਹੀਂ ਹੋਊਗਾ। ਇਹ ਮਤਲਬ ਪੱਕੇ ਤੌਰ ਤੇ ਚਾਹੀਦਾ, ਚਾਹੇ ਪਾਵਰ ਆਫ ਕਰੋ ਔਨ ਕਰੋ। ਇਹਦਾ ਮਤਲਬ ਇਹ ਕਿੱਥੇ ਰੱਖਿਆ ਹੋਇਆ? ਰੋਮ 'ਚ। ਤਾਂ ਰੋਮ ਫਿਰ ਕਿਹੜੀ ਹੋਗੀ? ਨੌਨ ਵੋਲਾਟਾਈਲ ਮੈਮਰੀ। ਚਾਹੇ ਆਫ ਕਰੋ ਚਾਹੇ ਔਨ ਕਰੋ, ਇਹਦੇ ਵਿਚਲੇ ਡਾਟਾ ਤੋਂ ਕੋਈ ਅਸਰ ਪਊਗਾ ਹੀ ਨਹੀਂ। ਤਾਂ ਇਹ ਵੋਲਾਟਾਈਲ ਤੇ ਨੌਨ ਵੋਲਾਟਾਈਲ ਦੋਵਾਂ 'ਚ ਕੀ ਫਰਕ ਹੈ, ਉਦਾਹਰਨਾਂ ਕੀ ਨੇ, ਇਹ ਤੁਹਾਨੂੰ ਮੈਂ ਦੱਸਤੀਆਂ। ਬਾਕੀ ਵਾਲੇ ਟੈਨਸ਼ਨ ਨਾ ਲਓ, ਮੈਮਰੀ ਤਾਂ ਬਹੁਤ ਜ਼ਿਆਦਾ ਡਿਟੇਲ 'ਚ ਪੜਾਂਗੇ ਆਪਾਂ ਮੈਮਰੀ ਨੂੰ ਤਾਂ, ਠੀਕ ਹੈ। ਐਵੇਂ ਹੀ ਇਨਪੁਟ ਆਊਟਪੁੱਟ ਡਿਵਾਈਸਿਸ ਨੇ। ਹੁਣ ਇਨਪੁਟ ਆਊਟਪੁੱਟ ਡਿਵਾਈਸਿਸ, ਇਨਪੁਟ ਡਿਵਾਈਸ ਕਿਹੜੇ ਨੇ, ਆਊਟਪੁੱਟ ਡਿਵਾਈਸ ਕਿਹੜੇ ਨੇ, ਠੀਕ ਹੈ। ਇੱਥੇ ਤਾਂ ਇੱਕ ਇੰਟਰੋਡਕਸ਼ਨ ਦੇ ਤੌਰ ਤੇ ਇਹ ਚੈਪਟਰ ਦੇ ਵਿੱਚ ਐਡ ਕੀਤਾ ਹੋਇਆ, ਅਦਰਵਾਈਜ਼ ਇਹ ਆਰਕੀਟੈਕਚਰ ਦਾ ਹਿੱਸਾ, ਕੰਪਿਊਟਰ ਆਰਕੀਟੈਕਚਰ ਦਾ। ਇਨਪੁਟ ਡਿਵਾਈਸ ਦੇ ਵਿੱਚ ਜਿਵੇਂ ਤੁਹਾਡੇ ਕੀਬੋਰਡ ਹੋ ਗਿਆ, ਇਹ ਇੱਕ ਇਨਪੁਟ ਡਿਵਾਈਸ ਹੈ। ਮਾਊਸ ਹੋ ਗਿਆ, ਇਹ ਇੱਕ ਇਨਪੁਟ ਡਿਵਾਈਸ ਹੈ। ਆਊਟਪੁੱਟ ਡਿਵਾਈਸ ਕਿਹੜੇ ਹੋ ਸਕਦੇ ਨੇ? ਮੋਨੀਟਰ ਤੁਹਾਡਾ ਆਊਟਪੁੱਟ ਡਿਵਾਈਸ ਹੈ। ਪ੍ਰਿੰਟਰ ਹੋ ਗਿਆ, ਇਹ ਵੀ ਆਊਟਪੁੱਟ ਡਿਵਾਈਸ ਹੈ, ਜਿਹੜਾ ਮੈਨੂੰ ਪ੍ਰਿੰਟ ਕਰਕੇ ਬਾਹਰ ਕੱਢ ਕੇ ਦਿੰਦਾ। ਤਾਂ ਆਹ ਸਾਰੇ ਇਨਪੁਟ ਆਊਟਪੁੱਟ ਡਿਵਾਈਸ। ਪੇਪਰ 'ਚ ਕੁਝ ਨਹੀਂ ਪੁੱਛਿਆ ਜਾਂਦਾ, ਸਿੱਧਾ ਹੀ ਪੁੱਛਦੇ ਨੇ। 4 ਥੱਲੇ ਉਦਾਹਰਨਾਂ ਦਿੱਤੀਆਂ ਨੇ, ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਇਨਪੁਟ ਡਿਵਾਈਸ ਹੈ, ਕਿਹੜਾ ਆਊਟਪੁੱਟ ਡਿਵਾਈਸ ਹੈ। ਤਾਂ ਕੰਪਿਊਟਰ ਆਰਕੀਟੈਕਚਰ ਦੇ ਅੰਡਰ ਹੀ ਇਹ ਪਊਗਾ। ਉੱਥੇ ਕੱਲੇ ਡਿਵਾਈਸ ਦੀ ਵਿਦ ਫੋਟੋ ਵਿਦ ਡਿਟੇਲ ਪੜ੍ਹਿਆ ਜਾਊਗਾ, ਕਿਹੜਾ ਇਨਪੁਟ ਡਿਵਾਈਸ ਦੀ ਕੈਟਾਗਰੀ 'ਚ ਪੈਂਦਾ, ਕਿਹੜਾ ਆਊਟਪੁੱਟ ਡਿਵਾਈਸ ਦੀ ਕੈਟਾਗਰੀ 'ਚ ਪੈਂਦਾ। ਜਿਵੇਂ ਦੋ ਚੀਜ਼ਾਂ ਤੇ ਬੜਾ ਰੌਲਾ ਪੈਂਦਾ ਹੁੰਦਾ, ਮਾਈਕ ਦੇ ਉੱਤੇ ਤੇ ਸਪੀਕਰ ਤੇ। ਇਹਨਾਂ 'ਚੋਂ ਕਿਹੜਾ ਇਨਪੁਟ ਡਿਵਾਈਸ ਹੈ, ਕਿਹੜਾ ਆਊਟਪੁੱਟ ਡਿਵਾਈਸ ਹੈ। ਹੁਣ ਮਾਈਕ ਦੇ ਵਿੱਚ ਮੈਂ ਬੋਲ ਰਿਹਾ, ਠੀਕ ਹੈ, ਤਾਂ ਮੈਂ ਇਨਪੁਟ ਦੇ ਰਿਹਾ ਉਹਦੇ ਵਿੱਚ। ਸਪੀਕਰ ਮੈਨੂੰ ਕੀ ਕਰਦਾ ਕਿ ਐਂਪਲੀਫਾਈ ਕਰਕੇ ਬਾਹਰ ਲੋਕਾਂ ਨੂੰ ਆਵਾਜ਼ ਸੁਣਾ ਰਿਹਾ। ਸਪੀਕਰ ਆਊਟਪੁੱਟ ਡਿਵਾਈਸ ਹੈ। ਇਹ ਬਹੁਤ ਕਨਫਿਊਜ਼ ਕਰਦਾ ਪੇਪਰ 'ਚ। ਸਪੀਕਰ ਇਜ਼ ਏ ਆਊਟਪੁੱਟ ਡਿਵਾਈਸ, ਮਾਈਕ ਜਿਹਦੇ 'ਚ ਬੋਲਿਆ ਜਾਂਦਾ ਉਹ ਇਨਪੁਟ ਡਿਵਾਈਸ ਹੈ। ਇਹੋ ਜਿਹੇ ਸਾਰੀਆਂ ਇੰਪੋਰਟੈਂਟ ਚੀਜ਼ਾਂ ਉੱਥੇ ਡਿਸਕਸ ਕਰਾਂਗੇ। ਹੁਣ ਅੱਗੇ ਮੈਂ ਗੱਲ ਕਰਦਾ, ਜ਼ਿਕਰ ਕਰਦਾ ਬੱਸਿਸ ਦੀ। ਹੁਣ 3 ਤਰ੍ਹਾਂ ਦੀਆਂ ਬੱਸਿਸ ਹੁੰਦੀਆਂ ਨੇ, ਜਿਹੜੀਆਂ ਤੁਸੀਂ ਦਿਮਾਗ 'ਚ ਕੀ ਫਿੱਟ ਕਰਨਾ। ਇੱਥੋਂ ਇੱਕ ਪੁਆਇੰਟ, ਬੜਾ ਇੰਪੋਰਟੈਂਟ ਪੁਆਇੰਟ ਹੈ, ਆ ਜਾਓ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਸ ਕੀ ਹੈ, ਕਿੰਨੇ ਤਰ੍ਹਾਂ ਦੀ ਬੱਸ ਹੁੰਦੀ ਆ, ਕਿਹੜੀ ਬੱਸ ਦਾ ਕੀ ਰੋਲ ਆ। ਆਹ 3 ਗੱਲਾਂ ਦਿਮਾਗ 'ਚ ਰੱਖਣੀਆਂ ਨੇ, ਹੋਰ ਚੌਥੀ ਕੋਈ ਗੱਲ ਨਹੀਂ। ਕੀ ਹੈ, ਪੜ੍ਹਦੇ ਆ। ਮੇਰੇ ਕੋਲੇ ਵੌਨ ਨਿਊਮਨ ਮਾਡਲ 'ਚ ਮੈਂ ਸਮਝਾਇਆ ਸੀ, ਜਿਵੇਂ ਤੁਹਾਡੇ ਕੋਲੇ ਇੱਥੇ ਤੁਹਾਡਾ ਹੈਗਾ ਕੰਪਿਊਟਰ, ਇੱਥੇ ਤੁਸੀਂ ਕੋਈ ਬਾਹਰਲਾ ਯੰਤਰ ਐਡ ਕਰਿਆ ਹੋਇਆ, ਇਹਦੇ ਨਾਲ ਜੋੜਿਆ ਹੋਇਆ। ਇਹਨੇ ਇਹਨੂੰ ਕੋਈ ਡਾਟਾ ਭੇਜਣਾ ਜਾਂ ਇਹਨੇ ਇਹਨੂੰ ਕੋਈ ਡਾਟਾ ਭੇਜਣਾ। ਉਹ ਭੇਜਣ ਦੇ ਲਈ ਜਿਹੜਾ ਚੈਨਲ, ਜਿਹੜਾ ਮਾਧਿਅਮ ਚੂਜ਼ ਕੀਤਾ ਜਾਂਦਾ, ਇਹਨੂੰ ਅਸੀਂ ਬੱਸ ਬੋਲਦੇ ਹਾਂ। ਬੱਸ ਉਹ ਪਾਥ ਹੈ, ਉਹ ਰਸਤਾ ਜਿਹਦੇ ਥਰੂ ਉਹ ਜੁੜੇ ਹੁੰਦੇ ਨੇ ਆਪਸ ਦੇ ਵਿੱਚ। ਹੁਣ ਜੇ ਮੈਂ ਦੇਖਾਂ, ਤੁਸੀਂ ਉੱਥੇ ਪ੍ਰੋਬਲਮ ਕੀ ਸੀ ਵੌਨ ਨਿਊਮਨ ਮਾਡਲ 'ਚ? ਇੱਕੋ ਹੀ ਰਸਤਾ ਸੀ ਮੇਰੇ ਕੋਲੇ, ਜਿਹਦੇ ਕਰਕੇ ਜਾਂ ਡਾਟਾ ਭੇਜ ਸਕਦੇ ਸੀ ਜਾਂ ਐਡਰੈਸ ਭੇਜ ਸਕਦੇ ਸੀ। ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਕੰਪਿਊਟਰਾਂ 'ਚ 3 ਉਵੇਂ ਦੇ ਚੈਨਲ ਬਣਦੇ ਨੇ। ਇੱਕ ਐਡਰੈਸ ਬੱਸ ਬਣਦਾ, ਇੱਕ ਡਾਟਾ ਬੱਸ, ਇੱਕ ਕੰਟਰੋਲ ਬੱਸ। ਜੇ ਤੁਸੀਂ ਇੰਸਟਰਕਸ਼ਨਾਂ ਭੇਜਣੀਆਂ ਨੇ, ਜਿਵੇਂ ਮੂਵ, ਐਡ, ਆਪਾਂ ਉਦਾਹਰਨ ਲਈ ਸੀ, ਤਾਂ ਐਡਰੈਸ ਬੱਸ ਦੇ ਥਰੂ ਜਾਓ। ਫਰਜ਼ ਕਰ ਲਓ ਆਹ ਮੇਰੀ ਐਡਰੈਸ ਬੱਸ ਹੈ,
ਜੇ ਤੁਸੀਂ ਡਾਟਾ ਭੇਜਣਾ ਹੈ ਤਾਂ ਡਾਟਾ ਬੱਸ ਦੇ ਥਰੂ ਟਰੈਵਲ ਕਰੂਗਾ, ਇੱਕ ਦੂਜੇ ਨੂੰ ਭੇਜਿਆ ਜਾਊ। ਕੁਝ ਕੰਟਰੋਲ ਸਿਗਨਲ ਵੀ ਹੁੰਦੇ ਨੇ ਇਹਨਾਂ ਨੂੰ ਆਪਸ 'ਚ ਕੰਟਰੋਲ ਕਰਨ ਵਾਸਤੇ, ਤਾਂ ਕਿ ਇਹਨਾਂ ਦੀ ਸਿੰਕਰੋਨਾਈਜੇਸ਼ਨ ਬਣੀ ਰਵੇ, ਮਤਲਬ ਵੀ ਜਿਹੜੀ ਸਪੀਡ ਤੇ ਇਹ ਭੇਜੇ ਉਹੀ ਸਪੀਡ ਤੇ ਇਹ ਰਿਸੀਵ ਕਰੇ, ਕੋਈ ਇਹਨਾਂ 'ਚ ਮਿਸਮੈਚ ਨਾ ਹੋ ਜੇ ਆਪਸ 'ਚ। ਉਹਦੇ ਲਈ ਫਿਰ ਆ ਕੰਟਰੋਲ ਚੈਨਲ ਬਣ ਗਿਆ ਮੇਰੇ ਕੋਲੇ। ਤਾਂ ਕੰਟਰੋਲ ਸਿਗਨਲ ਕੰਟਰੋਲ ਬੱਸ ਦੇ ਥਰੂ 3 ਬੱਸੇਸ ਯੂਜ਼ ਹੁੰਦੀਆਂ ਨੇ। ਪੇਪਰ 'ਚ ਅਸੀਂ ਸਿੱਧਾ ਸਵਾਲ ਪੁੱਛਿਆ ਹੋਇਆ ਕਿ ਡਾਟਾ ਦੇ ਫਲੋ ਵਾਸਤੇ ਕਿਹੜੀ ਬੱਸ ਵਰਤੀ ਜਾਂਦੀ ਹੈ, ਡਾਟਾ ਬੱਸ, ਕੰਟਰੋਲ ਬੱਸ, ਐਡਰੈਸ ਬੱਸ, ਸਿੰਪਲੀ। ਜਾਂ ਤੁਹਾਨੂੰ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚੋਂ ਕਿਹੜੇ ਟਾਈਪ ਦੀ ਬੱਸ ਹੁੰਦੀ ਨਹੀਂ ਹੈ, ਆ 3 ਆਪਸ਼ਨਾਂ ਪਾ ਦੇਣਗੇ, ਚੌਥੀ ਕੋਈ ਵੀ ਬਣਾ ਦੇਣਗੇ ਆਪਣੇ ਵੱਲੋਂ। ਇਹੋ ਜਿਹੇ 2-3 ਕੁਐਸਚਨ ਪੇਪਰ 'ਚ ਮੈਂ ਦੇਖਿਆ ਇਸ ਪਾਰਟ ਤੋਂ ਜਿਹੜੇ ਪੁੱਛੇ ਗਏ ਨੇ। ਤਾਂ ਇਹ ਬੱਸ ਸਿਸਟਮ ਆ ਗਿਆ ਮੇਰੇ ਕੋਲੇ ਕਿ ਬੱਸ ਸਿਸਟਮ ਦਾ ਕੀ ਰੋਲ ਰਹਿੰਦਾ ਹੈ। ਹੁਣ ਇਸ ਤੋਂ ਬਾਅਦ ਮੇਰੇ ਕੋਲੇ ਜਿਹੜਾ ਅਗਲਾ ਟੌਪਿਕ ਆਪਾਂ ਅਗਲੇ ਲੈਕਚਰ 'ਚ ਕਵਰ ਕਰਾਂਗੇ ਉਹ ਮੇਰੇ ਕੋਲੇ ਰਹੂਗਾ ਕਲਾਸੀਫਿਕੇਸ਼ਨ ਆਫ ਕੰਪਿਊਟਰਸ ਨੂੰ ਲੈ ਕੇ। ਕੰਪਿਊਟਰ ਦੀ ਕਲਾਸੀਫਿਕੇਸ਼ਨ ਪੜ੍ਹੀ ਜਾਊਗੀ। ਜਿਹੜਾ ਹਿੱਸਾ ਸੀਗਾ ਬਲੌਕ ਡਾਇਗਰਾਮ ਵਾਲਾ, ਜਸਟ ਓਵਰਵਿਊ ਸੀਗਾ। ਓਵਰਵਿਊ ਬਸ ਸਿਰਫ ਸਾਨੂੰ ਆਈਡੀਆ ਦੇਣ ਵਾਸਤੇ ਕਿ ਜਨਰਲ ਕੰਪਿਊਟਰ 'ਚ ਹੁੰਦਾ ਕੀ ਹੈ। ਕੰਪਿਊਟਰ ਆਰਕੀਟੈਕਚਰ ਇੱਕ ਇਹੋ ਜਿਹਾ ਚੈਪਟਰ ਆ, ਸਭ ਤੋਂ ਮਹੱਤਵਪੂਰਨ ਚੈਪਟਰ ਹੈ, ਜਿਸ 'ਚੋਂ ਮੈਕਸੀਮਮ ਸਵਾਲ ਪੁੱਛੇ ਜਾਂਦੇ ਨੇ। ਅਗਲਾ ਟੌਪਿਕ ਆਪਣਾ ਮੋਸਟ ਪ੍ਰੋਬਬਲੀ ਕੰਪਿਊਟਰ ਆਰਕੀਟੈਕਚਰ ਹੀ ਰਹੂਗਾ, ਦੂਜਾ ਚੈਪਟਰ ਜਿਹੜਾ ਕਵਰ ਕੀਤਾ ਜਾਊਗਾ। ਉੱਥੇ ਡਿਟੇਲਡ ਵੇ ਦੇ ਵਿੱਚ ਪੂਰੇ ਆਹੀ ਬਲੌਕ ਡਾਇਗਰਾਮ ਨੂੰ ਮੈਂ ਖੋਲ ਕੇ ਪੜੂੰਗਾ ਕਿ ਇਹਦੇ ਵਿੱਚ ਕੀ ਕੀ ਲੱਗਿਆ ਹੋਇਆ। ਇਹਦੀ ਅਸਲ ਤੁਹਾਨੂੰ 100% ਜਾਣਕਾਰੀ ਉੱਥੇ ਮਿਲੂਗੀ। ਇੱਥੇ ਸਿਰਫ ਮੈਂ ਓਵਰਵਿਊ ਦੇ ਨਾਲ ਮੋਟੇ-ਮੋਟੇ ਕੁਐਸਚਨ ਦੱਸਦੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਇਸ ਤੋਂ ਬਾਅਦ ਅਗਲੇ ਲੈਕਚਰ ਦੇ ਵਿੱਚ ਆਪਾਂ ਕਵਰ ਕਰਾਂਗੇ ਕਲਾਸੀਫਿਕੇਸ਼ਨ ਕੰਪਿਊਟਰਾਂ ਦੀ, ਕਿ ਸਾਈਜ਼ ਦੇ ਆਧਾਰ ਤੇ, ਮੈਕੈਨਿਜ਼ਮ ਦੇ ਆਧਾਰ ਤੇ, ਜਾਂ ਹੋਰ ਕਿਹੜੇ ਕਾਰਨਾਂ ਦੇ ਆਧਾਰ ਤੇ ਤੁਸੀਂ ਇਹਨਾਂ ਨੂੰ ਵੰਡ ਸਕਦੇ ਹੋ ਕਿ ਕੰਪਿਊਟਰ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ। ਇਹ ਨੈਕਸਟ ਲੈਕਚਰ ਦਾ ਆਪਣਾ ਪਾਰਟ ਰਹੇਗਾ। ਇਸ ਲੈਕਚਰ ਦੀ ਡਿਸਕਸ਼ਨ ਨੂੰ ਆਪਾਂ ਇੱਥੇ ਵਾਈਂਡ ਅਪ ਕਰਾਂਗੇ। ਪੇਸ਼ੈਂਸ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।